शामिल। ਅਸੀਂ ਕਰਦੇ ਹਾਂ ਹਰ ਉਸ ਮੁੱਦੇ ਤੇ ਗੰਭੀਰ ਸੁਹਿਰਦ, ਨਿਰਪੱਖ ਅਤੇ ਬੇਬਾਕ ਚਰਚਾ ਜੋ ਤੁਹਾਡੀ ਅਤੇ ਸਾਡੀ ਸਭ ਦੀ ਜ਼ਿੰਦਗੀ ਨੂੰ ਕਰਦੇ ਨੇ ਪ੍ਰਭਾਵਿਤ। ਹਰ ਰੋਜ਼ ਦੁਨੀਆ ਭਰ ਵਿੱਚ ਬੈਠੇ ਸੂਝਵਾਨ ਵਿਦਵਾਨ ਮਹਿਮਾਨਾਂ ਨਾਲ ਹੁੰਦੀ ਹੈ ਗੱਲਬਾਤ, ਤਾਂ ਕਿ ਦਰਪੇਸ਼ ਮਸਲਿਆਂ ਨੂੰ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਦੇ ਸਕੀਏ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਤੇ ਪ੍ਰਾਈਮ ਟਾਈਮ ਸ਼ੋਅ ਦਾ ਪਹਿਲਾ ਹਿੱਸਾ ਲੈ ਕੇ ਅਸੀਂ ਦੁਬਾਰਾ ਹਾਜ਼ਰ ਹੋ ਗਏ ਜੀ। ਥੋੜੀ ਜੀ ਟੈਕਨੀਕਲ ਪ੍ਰੋਬਲਮ ਕਰਕੇ ਅਸੀਂ ਤੁਹਾਡੇ ਕੋਲੋਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਕੰਟੀਨਿਊ ਨਹੀਂ ਸੀ ਕਰ ਸਕੇ, ਔਰ ਦੁਬਾਰਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡਾ ਫਾਲਟ ਦੂਰ ਹੋ ਸਕੇ ਔਰ ਤੁਹਾਡੇ ਨਾਲ ਗੱਲਬਾਤ ਕਰ ਸਕੀਏ। ਪ੍ਰੋਫੈਸਰ ਸਾਹਿਬ ਦਾ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ। ਸ਼ੁਰੂ ਤੋਂ ਗੱਲਬਾਤ ਸ਼ੁਰੂ ਕਰਾਂਗੇ। ਸੋ ਪ੍ਰੋਫੈਸਰ ਸਾਹਿਬ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ ਫੇਰ ਇੱਕ ਵਾਰੀ। ਬਹੁਤ ਮਿਹਰਬਾਨੀ ਗਿੱਲ ਸਾਹਿਬ। ਪ੍ਰੋਫੈਸਰ ਸਾਹਿਬ, ਅੱਜ 26 ਮਈ ਦਾ ਦਿਨ ਕਿਸਾਨ ਅੰਦੋਲਨ ਲਈ ਬੜਾ ਮਹੱਤਵਪੂਰਨ ਦਿਨ ਸੀਗਾ ਔਰ ਭਰਵਾਂ ਹੰਗਾਰਾ ਮਿਲਿਆ ਜੀ ਇਹਨੂੰ ਪੰਜਾਬ ਹਰਿਆਣਾ 'ਚ, ਖਾਸ ਕਰਕੇ ਬਾਕੀ ਸਾਰੇ ਭਾਰਤ ਵਿੱਚ ਵੀ, ਕਿਉਂਕਿ ਇਸ ਦਿਨ ਦੀ ਅਹਿਮੀਅਤ ਇੱਕ ਤਾਂ 6 ਮਹੀਨੇ ਕਿਸਾਨਾਂ ਦੇ ਉੱਥੇ ਬੈਠਣ ਤੇ ਲਗਾਤਾਰ, ਔਰ ਦੂਸਰਾ 7 ਸਾਲ ਮੋਦੀ ਸਰਕਾਰ ਦੇ ਆਉਣ ਕਰਕੇ ਜਿਹੜਾ ਹਿੰਦੁਸਤਾਨ 'ਚ ਨੁਕਸਾਨ ਹੋਏ ਨੇ ਉਹਦੇ ਪ੍ਰੋਟੈਸਟ ਵਜੋਂ ਇਹ ਦਿਨ ਮਨਾਇਆ ਗਿਆ ਕਿ ਇਹ ਕਾਲਾ ਦਿਨ ਇਹਨੂੰ ਤਾਂ ਹੀ ਨਾਂ ਦਿੱਤਾ ਗਿਆ ਕਿ ਕਾਲੇ ਬਿੱਲਾਂ ਨੂੰ ਵਾਪਸ ਕਰਾਉਣ ਲਈ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਬੈਠਿਆਂ ਨੂੰ 6 ਮਹੀਨੇ ਅੱਜ ਪੂਰੇ ਹੋ ਗਏ ਨੇ। ਸੋ ਜਿਸ ਤਰ੍ਹਾਂ ਦਾ ਰਵੱਈਆ ਕੇਂਦਰ ਦੀ ਸਰਕਾਰ ਨੇ ਅਪਣਾਇਆ ਹੋਇਆ ਹੁਣ ਤੱਕ, ਲੱਗਦਾ ਨਹੀਂ ਕਿ ਉਹਨਾਂ ਨੂੰ ਅਜੇ ਵੀ ਕੋਈ ਇਸ ਚੀਜ਼ ਦਾ ਅਹਿਸਾਸ ਹੋਵੇ ਕਿ ਸਾਡੇ ਹੀ ਮੁਲਕ ਦੇ ਲੋਕ ਜੇ ਕੋਈ ਚੀਜ਼ ਮੰਗ ਰਹੇ ਨੇ, ਜਿਹੜੀ ਚੀਜ਼ ਉਹਨਾਂ ਨੂੰ ਨਹੀਂ ਚਾਹੀਦੀ, ਅਸੀਂ ਜ਼ਬਰਦਸਤੀ ਕਿਉਂ ਦੇ ਰਹੇ ਹਾਂ। ਔਰ ਫਿਰ ਜਿਹੜਾ ਰੋਸ ਹੈ ਉਹ ਦਿਨ ਬ ਦਿਨ ਵੱਧਦਾ ਜਾ ਰਿਹਾ। ਜਿਵੇਂ ਕੱਲ ਸੁਸ਼ੀਲ ਰਾਣਾ ਨੇ ਵੀ ਪ੍ਰੋਗਰਾਮ 'ਚ ਦੱਸਿਆ ਸੀਗਾ ਕਿ ਹੁਣ ਭਾਰਤ ਦੀਆਂ ਸਮੁੱਚੀਆਂ ਜਿਹੜੀਆਂ ਟ੍ਰੇਡ ਯੂਨੀਅਨਿਸਟ ਹੈਗੀਆਂ ਨੇ ਉਹ ਵੀ ਇਹਦੇ ਵਿੱਚ ਸ਼ਾਮਲ ਹੋ ਗਈਆਂ ਨੇ, ਜਿਹੜੇ ਮਜ਼ਦੂਰ ਸੰਗਠਨ ਨੇ ਸਾਰੇ ਉਹ ਸ਼ਾਮਲ ਹੋ ਗਏ ਨੇ, ਤੇ 13 ਦੇ ਕਰੀਬ ਪੋਲੀਟੀਕਲ ਪਾਰਟੀਆਂ ਨੇ ਵੀ ਇਸ ਦਿਨ ਨੂੰ ਵੱਡੀ ਹਮਾਇਤ ਦਿੱਤੀ ਆ। ਸੋ ਅੱਜ ਕਾਫੀ ਇਹ ਹੰਗਾਮਾ ਭਰਪੂਰ ਦਿਨ ਰਿਹਾ ਵੱਖ-ਵੱਖ ਜਗ੍ਹਾ ਤੇ ਉੱਤੇ, ਔਰ ਕਿਸਾਨਾਂ ਦੇ ਹੌਸਲੇ ਹਰਿਆਣੇ 'ਚ ਖਾਸ ਕਰਕੇ ਬਹੁਤ ਵਧੇ ਹੋਏ ਆ। ਪਿਛਲੇ ਦਿਨੀ ਜਿਸ ਤਰ੍ਹਾਂ ਹਿਸਾਰ ਦੇ ਵਿੱਚ ਉਹਨਾਂ ਨੇ ਮੋਰਚਾ ਫਤਿਹ ਕੀਤਾ ਸੀਗਾ, ਉਸ ਤੋਂ ਬਾਅਦ ਵੀ ਜਿਹੜਾ ਆ ਉਹ ਕਿਸਾਨ ਜਿਹੜੇ ਆ ਉਹ ਪੂਰੇ ਜੋਸ਼ ਵਿੱਚ ਨੇ ਤੇ ਨਾਲ ਰੋਸ ਪੂਰਾ ਜੀ। ਬਿਲਕੁਲ ਜੀ, 26 ਮਈ ਦਾ ਜਿਹੜਾ ਦਿਨ ਆ ਇਹ ਬਹੁਤ ਮਹੱਤਵਪੂਰਨ ਇਸ ਕਰਕੇ ਆ ਤੇ ਇਹਨੂੰ ਬਲੈਕ ਡੇ ਦਾ ਨਾਂ ਦੋ ਕਾਰਨਾਂ ਕਰਕੇ ਦਿੱਤਾ ਗਿਆ ਕਿ ਮੋਦੀ ਸਰਕਾਰ, ਜਿਹਨੂੰ 7 ਸਾਲ ਹੋ ਗਏ ਅੱਜ ਰਾਜ ਕਰਦਿਆਂ, ਇਹਨੇ ਆਪਣੇ ਰਾਜ ਦੇ ਵਿੱਚ ਜਿਹੜੇ ਕਾਲੇ ਕਾਰਨਾਮੇ ਕੀਤੇ ਆ, ਜਿਨ੍ਹਾਂ ਦੇ ਵਿੱਚ ਬਾਕੀਆਂ ਤੋਂ ਬਿਨਾਂ ਇਹ ਜਿਹੜੇ ਕਾਲੇ ਕਾਨੂੰਨ ਹੈਗੇ ਆ, ਕਿਸਾਨ ਵਿਰੋਧੀ, ਲੋਕ ਵਿਰੋਧੀ, ਭਾਰਤ ਵਿਰੋਧੀ, ਦੇਸ਼ ਵਿਰੋਧੀ, ਇਹ ਜਿਹੜੇ ਲਿਆਂਦੇ ਆ, ਇਸ ਕਰਕੇ ਕਿ ਇਹ ਕਾਲੇ ਕਾਰਨਾਮਿਆਂ ਵਾਲੀ ਸਰਕਾਰ ਦੇ ਜਿਹੜੇ ਕਾਲੇ ਕਾਰਨਾਮੇ ਆ ਉਹ ਨੰਗੇ ਕੀਤੇ ਜਾਣ। ਤੇ ਦੂਜੇ ਬੰਨੇ ਜਿਹੜੇ ਕਿਸਾਨ ਆ ਉਹਨਾਂ ਨੂੰ ਦਿੱਲੀ ਦੀਆਂ ਹੱਦਾਂ ਤੇ ਬੈਠਿਆਂ ਨੂੰ 6 ਮਹੀਨੇ ਹੋ ਗਏ ਆ। ਸੋ 6 ਮਹੀਨਿਆਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ, ਜਿਹੜੇ 3 ਕਾਲੇ ਕਾਨੂੰਨ ਵਾਪਸ ਕਰਨੇ ਔਰ MSP ਦਾ ਕਾਨੂੰਨ ਜਿਹੜਾ ਬਣਾਉਣਾ, ਉਹਦੇ ਉੱਤੇ ਕੋਈ ਗੌਰ ਨਾ ਕਰਨਾ, ਔਰ ਉਸ ਹਾਲਤ ਵਿੱਚ ਜਦੋਂ ਕਿ ਸਰਕਾਰ ਕਿਸਾਨਾਂ ਨਾਲ 11 ਮੀਟਿੰਗਾਂ ਦੇ ਵਿੱਚ ਡਿਫੈਂਸਿਵ ਤੇ ਰਹੀ ਹੈਗੀ ਆ, ਉਹਦੇ ਕੋਲ ਕੋਈ ਦਲੀਲ ਨਹੀਂ ਰਹੀ ਦੇਣ ਵਾਸਤੇ ਕਿ ਇਹ ਕਾਨੂੰਨ ਜਿਹੜੇ ਆ ਕਿਹਨਾਂ ਦਾ ਫਾਇਦਾ ਕਰਦੇ ਆ ਜਾਂ ਇਹ ਕੀ ਫਾਇਦਾ ਕਰਦੇ ਆ, ਮਤਲਬ ਕਿ ਇਹਨਾਂ ਦਾ ਕੋਈ ਲਾਭ ਨਹੀਂ ਹੈ। ਦੂਜੇ ਬੰਨੇ ਕਿਸਾਨ ਜਿਹੜੇ ਆ ਉਹ ਆਪਣੀਆਂ ਸਾਰੀਆਂ ਮੀਟਿੰਗਾਂ ਦੇ ਵਿੱਚ ਕਿਸਾਨ ਆਗੂ ਜਿਹੜੇ ਆ ਉਹ ਸਰਕਾਰ ਨੂੰ ਕਨਵਿੰਸ ਕਰਨ ਦੇ ਵਿੱਚ ਕਾਮਯਾਬ ਹੋ ਗਏ। ਸਰਕਾਰ ਜਿਹੜੀ ਆ ਉਹ ਅਨਆਫੀਸ਼ੀਅਲੀ ਜਾਂ ਇੱਦਾਂ ਕਹਿ ਲਓ ਕਿ ਮੀਟਿੰਗਾਂ ਦੇ ਵਿੱਚ ਕਿਸਾਨ ਆਗੂਆਂ ਨੂੰ ਇਹ ਕਹਿੰਦੀ ਰਹੀ, ਸਰਕਾਰ ਦੇ ਨੁਮਾਇੰਦੇ, ਵੀ ਕੋਈ ਰਾਹ ਕੱਢੀਏ ਦਾ ਮਤਲਬ ਇਹ ਆ ਕਿ ਜਿਹਦੇ ਨਾਲ ਸਾਡਾ ਨੱਕ ਨਮੂਦ ਜਿਹੜਾ ਉਹ ਵੱਜ ਜਾਵੇ। ਤੇ ਇਸ ਤੋਂ ਬਾਅਦ ਸਰਕਾਰ ਨੇ ਸਾਜ਼ਿਸ਼ ਕੀਤੀ ਔਰ 26 ਜਨਵਰੀ ਦਾ ਜਿਹੜਾ ਕਾਰਾ ਹੈਗਾ ਉਹ ਆਪਣੀਆਂ ਏਜੰਸੀਆਂ ਰਾਹੀਂ, ਆਪਣੇ ਜਿਹੜੇ ਏਜੰਟ ਆ ਉਹਨਾਂ ਰਾਹੀਂ, ਪੁਲਿਸ ਰਾਹੀਂ ਕਰਾ ਕੇ ਤੇ ਅੰਦੋਲਨ ਨੂੰ ਫੇਲ ਕਰਨ ਦਾ ਯਤਨ ਕੀਤਾ, ਜਿਹੜਾ ਸਰਕਾਰ ਨੂੰ ਉਲਟਾ ਪਿਆ। ਜਦੋਂ ਟਕੈਤ ਸਾਹਿਬ ਨੇ ਇਹ ਸੱਦਾ ਦਿੱਤਾ ਤਾਂ ਵਹੀਰਾਂ ਘੱਤ ਕੇ ਪੰਜਾਬ ਦੇ, ਹਰਿਆਣੇ ਦੇ ਲੋਕ ਜਿਹੜੇ ਹੈਗੇ ਆ ਉਹ ਦਿੱਲੀ ਪਹੁੰਚ ਗਏ, ਔਰ ਉਸ ਤੋਂ ਬਾਅਦ ਜਨਵਰੀ ਮਹੀਨੇ ਤੋਂ ਬਾਅਦ ਕੋਈ ਵੀ ਗੱਲਬਾਤ ਜਿਹੜੀ ਆ ਉਹ ਸਰਕਾਰ ਨੇ ਬੰਦ ਕੀਤੀ ਆ। ਹਾਲਾਂਕਿ ਕਿਸਾਨ ਜਿਹੜੇ ਹੈਗੇ ਆ ਇਹ ਆਪਣੇ ਫਰਜ਼ ਜਿਹੜੇ ਆ ਉਹ ਹਰ ਪੱਧਰ ਤੇ ਪੂਰੇ ਕਰਦੇ ਆ,
ਜੇ ਸਰਕਾਰ ਨੇ ਸੱਦਾ ਨਹੀਂ ਦਿੱਤਾ ਤਾਂ ਵੀ ਇਹਨਾਂ ਨੇ ਚਿੱਠੀ ਲਿਖ ਕੇ ਸਰਕਾਰ ਨੂੰ ਕਿਸਾਨ ਮੋਰਚੇ ਨੇ ਬੇਨਤੀ ਕੀਤੀ ਆ ਵੀ ਆਖਰ ਜਿਹੜਾ ਮਸਲਾ ਹੈ ਗੱਲਬਾਤ ਨਾਲ ਮੁੱਕਣਾ ਹੈਗਾ, ਚਲੋ ਗੱਲਬਾਤ ਕਰੀਏ। ਤੇ ਸਰਕਾਰ ਨੇ ਅਜੇ ਤੱਕ ਵੀ ਕੋਈ ਧਿਆਨ ਨਹੀਂ ਦਿੱਤਾ ਇਸ ਗੱਲ ਵੱਲ। ਸੋ ਕਿਸਾਨਾਂ ਵੱਲੋਂ ਬਲੈਕ ਡੇ ਮਨਾਉਣਾ, ਕਾਲੇ ਝੰਡਿਆਂ ਨਾਲ ਇਹ ਜਿਹੜੇ ਬਣਾਉਣ ਦੀ ਜਿਹੜੀ ਗੱਲ ਸੀਗੀ, ਇਹ ਬੜੀ ਵਾਜਬ ਆ ਔਰ ਇਹਨੂੰ ਬੜਾ ਭਰਵਾਂ ਹੁੰਗਾਰਾ ਮਿਲਿਆ। ਹੁੰਗਾਰੇ ਦੇ ਵਿੱਚ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਟ੍ਰੇਡ ਯੂਨੀਅਨਸ ਦੀਆਂ, ਜਿਹੜੀਆਂ ਵੱਡੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਹੈ ਦੇਸ਼ ਦੀਆਂ, ਜਿਨ੍ਹਾਂ ਦੇ ਵਿੱਚ ਏਟਕ ਆ, CITU ਆ, ਇੰਟਕ ਆ ਤੇ ਹੋਰ ਜਿਹੜੀਆਂ ਪ੍ਰਾਂਤਕ ਜਥੇਬੰਦੀਆਂ ਉਹ ਸ਼ਾਮਲ ਹੋਈਆਂ। ਨਾਲ ਦੀ ਨਾਲ ਜਿਹੜਾ ਵੱਡਾ ਹੁਲਾਰਾ ਇਹਨੂੰ ਹੋਰ ਮਿਲਿਆ, ਜਿਹੜਾ ਇਸ ਸੰਘਰਸ਼ ਦੇ ਫੈਲਣ ਦੀ ਨਿਸ਼ਾਨੀ ਆ ਔਰ ਸੰਘਰਸ਼ ਦੀ ਮਜ਼ਬੂਤੀ ਦੀ ਨਿਸ਼ਾਨੀ ਆ ਭਈ ਦੇਸ਼ ਦੀਆਂ 13 ਜਿਹੜੀਆਂ ਪਾਰਟੀਆਂ ਆ, ਲਗਭਗ ਇਹ ਸਾਰੀਆਂ ਪਾਰਟੀਆਂ ਇਹਨਾਂ ਦੇ ਵਿੱਚ ਆ ਜਾਂਦੀਆਂ ਆ। ਮੁੱਖ ਵਿਰੋਧੀ ਪਾਰਟੀਆਂ ਜਿਹੜੀਆਂ ਆ, ਕਾਂਗਰਸ ਤੋਂ ਲੈ ਕੇ ਤੇ ਕਮਿਊਨਿਸਟਾਂ ਤੱਕ, ਸਾਰੀਆਂ ਜਿਹੜੀਆਂ ਉਹਨਾਂ ਨੇ ਹਮਾਇਤ ਕੀਤੀ ਆ। ਤੇ ਇਹ ਹਮਾਇਤ ਜਿਹੜੀ ਆ, ਇਹਦਾ ਮਤਲਬ ਇਹ ਆ ਕਿ ਸਾਰਾ ਦੇਸ਼, ਸਾਰਾ ਭਾਰਤ ਦੇ ਸਾਰੇ ਲੋਕ ਕਿਸਾਨਾਂ ਦੇ ਨਾਲ ਨੇ ਔਰ ਮਹਿਸੂਸ ਕਰਦੇ ਆ ਕਿ ਇਹ ਮੰਗਾਂ ਕੇਵਲ ਕਿਸਾਨਾਂ ਦੀਆਂ ਨਹੀਂ, ਇਹ ਮਸਲਾ ਕੇਵਲ ਕਿਸਾਨਾਂ ਦਾ ਨਹੀਂ, ਇਹ ਮਜ਼ਦੂਰਾਂ ਦਾ ਵੀ ਆ, ਮੁਲਾਜ਼ਮਾਂ ਦਾ ਵੀ ਆ, ਵਿਦਿਆਰਥੀਆਂ ਦਾ ਵੀ ਆ ਤੇ ਹੋਰ ਜਿਹੜੇ ਵਰਗ ਆ ਉਹਨਾਂ ਦਾ ਵੀ ਆ। ਸੋ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਮੋਰਚੇ ਨੂੰ ਇੰਨੀ ਤਗੜੀ ਹਮਾਇਤ ਮਿਲੀ ਹੈ। ਪ੍ਰੋਫੈਸਰ ਸਾਹਿਬ, ਇੱਕ ਹੋਰ ਵੱਡੀ ਖਬਰ ਵੱਲ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹਣਾ, ਜਿਹਦਾ ਸੰਬੰਧ ਕਿਸਾਨ ਮੋਰਚੇ ਨਾਲ ਵੀ ਸੰਭਵ ਹੈ ਹੋ ਸਕਦਾ ਹੋਵੇ। ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਭਾਰਤ ਵਿੱਚ, ਟਵਿੱਟਰ, ਫੇਸਬੁੱਕ ਵਗੈਰਾ, ਇਹਦੇ ਲਈ ਕੁਝ ਨਵੇਂ ਨਿਯਮ ਬਣਾਏ ਨੇ ਸਰਕਾਰ ਨੇ ਜਿਹੜੇ ਇਹਨਾਂ ਅਦਾਰਿਆਂ ਨੂੰ ਮਨਜ਼ੂਰ ਨਹੀਂ। ਤੇ ਹੁਣ ਇਹ ਖਦਸ਼ਾ ਪੈਦਾ ਕੀਤਾ ਜਾ ਰਿਹਾ ਹੈ ਕਿ ਜਿਹੜਾ ਟਵਿੱਟਰ ਜਾਂ ਫੇਸਬੁੱਕ ਵਗੈਰਾ ਜਿਹੜੇ ਹੈਗੇ ਨੇ ਭਾਰਤ ਵਿੱਚ ਉਹ ਸ਼ਟ ਡਾਊਨ ਹੋ ਸਕਦੇ ਨੇ, ਕਿਉਂਕਿ ਜਿਹੜੀ ਤਰੀਕ ਦਿੱਤੀ ਸੀ ਸਰਕਾਰ ਨੇ ਉਹ ਕੱਲ 26 ਤਰੀਕ ਸੀ, ਉਹ ਲੰਘ ਗਈ ਆ। ਹਾਲਾਂਕਿ ਟਵਿੱਟਰ ਨੇ ਹਾਈ ਕੋਰਟ ਦਾ ਸਹਾਰਾ ਵੀ ਲਿਆ ਆ ਇਹਦੇ ਖਿਲਾਫ ਸਰਕਾਰ ਦੇ। ਔਰ ਦੂਜੇ ਪਾਸੇ ਇਸ ਪਲੇਟਫਾਰਮ, ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਸੀ, ਬੀਜੇਪੀ ਦੀ IT ਸੈੱਲ ਨੇ ਉਹਨੂੰ ਯੂਜ਼ ਕਰਕੇ ਇੱਥੋਂ ਤੱਕ ਆਪਣੀ ਪਹੁੰਚ ਬਣਾਈ। ਹੁਣ ਜਦੋਂ ਇਹਨਾਂ ਪਲੇਟਫਾਰਮ ਨੂੰ ਉਹਨਾਂ ਦੇ ਵਿਰੋਧੀ ਇਸਤੇਮਾਲ ਕਰਨ ਲੱਗੇ, ਉਹਨਾਂ ਨੂੰ ਕੁਐਸਚਨ ਹੋਣ ਲੱਗੇ ਇਹਨਾਂ ਹੀ ਪਲੇਟਫਾਰਮ ਦੇ ਉੱਤੇ ਆ ਕੇ, ਤੇ ਉਹਨਾਂ ਨੂੰ ਇਹ ਬੜਾ ਔਖਾ ਲੱਗਿਆ ਔਰ ਉਹਨਾਂ ਨੇ ਇਹਨਾਂ ਦੇ ਉੱਤੇ ਸਕੰਜਾ ਕੱਸਣਾ ਸ਼ੁਰੂ ਕਰ ਦਿੱਤਾ। ਔਰ ਕੀ ਤੁਹਾਨੂੰ ਲੱਗਦਾ ਕਿ ਜੇਕਰ ਇਹ ਟਵਿੱਟਰ, ਫੇਸਬੁੱਕ ਜਾਂ ਇੰਸਟਾਗ੍ਰਾਮ ਦੇ ਉੱਤੇ ਕੋਈ ਸ਼ਟ ਅਪ ਕਰਦੇ ਨੇ, ਉਹਨੂੰ ਬੈਨ ਲਾਉਣ ਦੀ ਕੋਸ਼ਿਸ਼ ਕਰਦੇ ਨੇ, ਤੇ ਇੰਟਰਨੈਸ਼ਨਲ ਲੈਵਲ ਤੇ ਇਹਨਾਂ ਦੀ ਪੋਜੀਸ਼ਨ ਜਿਹੜੀ ਆ ਹੋਰ ਵੀ ਖਰਾਬ ਹੋਊਗੀ ਔਰ ਦੁਨੀਆ ਨੂੰ ਇਹ ਸੰਦੇਸ਼ ਜਾਏਗਾ ਕਿ ਇਹ ਮੁਲਕ ਜਿਹੜਾ ਹੁਣ ਡੈਮੋਕ੍ਰੈਟਿਕ ਨਹੀਂ ਰਿਹਾ। ਇਨਡਾਇਰੈਕਟਲੀ ਜੇ ਵੇਖੀਏ ਤੇ ਇਹ ਹੁਣ ਜਿਹੜਾ ਆ ਇੱਕ ਤਰ੍ਹਾਂ ਦਾ ਇੱਥੇ ਡਿਕਟੇਟਰਸ਼ਿਪ ਜਿਹੜੀ ਆ ਉਹ ਚੱਲ ਰਹੀ ਆ। ਤੁਸੀਂ ਸਕੂਲ 'ਚ ਪੜ੍ਹਦੇ ਹੋਏ ਇੱਕ ਸੁਣਿਆ ਹੋਣਾ, ਆਪਾਤ ਕਾਲੇ ਵਿਪਰੀਤ ਬੁੱਧੀ, ਜਾਂ ਇੱਕ ਕਮਲੀ ਦੂਜੀ ਪੈ ਗਈ ਮੜੀਆਂ ਦੇ ਰਾਹ। ਇਹ ਹੁਣ ਜਦੋਂ ਬੰਦਾ ਇੱਕ ਗਲਤੀ ਕਰ ਲੈਂਦਾ ਨਾ ਤੇ ਉਹ ਫਿਰ ਗਲਤੀ ਦਰ ਗਲਤੀ ਕਰਦਾ ਜਾਂਦਾ ਆ, ਉਹਨੂੰ ਹੋਰ ਕੁਝ ਚੰਗਾ ਪੋਜ਼ਿਟਿਵ ਕਰਨ ਨੂੰ ਦਿਖਾਈ ਨਹੀਂ ਦਿੰਦਾ। ਇਹ ਸਾਰਾ ਜੱਗ ਜਾਣਦਾ ਭਈ ਮੋਦੀ ਹੋਰਾਂ ਨੇ ਆ ਕੇ ਤੇ ਭਾਰਤ ਦਾ ਜਿਹੜਾ ਮੀਡੀਆ ਆ ਉਹ ਲਗਭਗ ਸਾਰੇ ਦਾ ਸਾਰਾ ਖਰੀਦ ਲਿਆ ਔਰ ਉਹਨੂੰ ਆਪਣੇ ਪ੍ਰਚਾਰ ਵਾਸਤੇ ਵਰਤਿਆ। ਔਰ ਇਹਦੇ ਬਾਵਜੂਦ ਵੀ ਹਾਲਾਂਕਿ ਉਹਦੇ ਜਿਹੜੇ ਚੈਨਲਸ ਹੈਗੇ ਆ ਉਹ ਅਜੇ ਵੀ ਜਿੰਦਾ ਨੇ, ਉਹ ਆਪਣਾ ਮੀਡੀਆ ਦਾ ਰੋਲ ਨਿਭਾ ਰਹੇ ਆ, ਭਾਵੇਂ ਉਹ ਨਿਗਲੀਜੀਬਲ ਨੇ, ਭਾਵੇਂ ਉਹਨਾਂ ਦੀ ਗਿਣਤੀ ਬਿਲਕੁਲ ਇੱਕ ਦੋ ਹੀ ਕਹਿ ਸਕਦੇ ਆਪਾਂ। ਤੇ ਜਿਹੜਾ ਸੋਸ਼ਲ ਮੀਡੀਆ ਆ ਉਹਦੇ ਉੱਤੇ ਲੋਕ ਜਿਹੜੇ ਆ ਉਹ ਆਪਣੇ ਵਿਚਾਰ ਜਿਹੜੇ ਆ ਪ੍ਰਗਟ ਕਰਦੇ ਸੀਗੇ। ਤੇ ਤੁਸੀਂ ਠੀਕ ਕਿਹਾ ਹੈਗਾ ਭਈ ਆਪ ਬੀਜੇਪੀ ਦੀ ਜਿਹੜੀ IT ਟੀਮ ਆ ਉਹ ਇਹਨੂੰ ਯੂਜ਼ ਕਰਦੀ ਰਹੀ ਆ। ਹੁਣ ਬੀਜੇਪੀ ਦੀ ਖਾਸ ਕਰਕੇ ਸਾਡੇ ਜਿਹੜੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਆ, ਉਹ ਆਪਣੀ ਜਿਹੜੀ ਆਲੋਚਨਾ ਆ ਜਾਂ ਆਪਣਾ ਵਿਰੋਧ ਆ ਉਹ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਕਰ ਸਕਦੇ। ਔਰ ਤੁਹਾਨੂੰ ਪਤਾ ਆ ਕਿ ਸਾਰਾ ਮੀਡੀਆ ਖਰੀਦ ਲੈਣ ਦੇ ਬਾਵਜੂਦ ਵੀ ਪਿਛਲੇ 7 ਸਾਲਾਂ ਦੇ ਵਿੱਚ ਪ੍ਰਧਾਨ ਮੰਤਰੀ ਨੇ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ। ਉਹ ਮੀਡੀਆ ਨੂੰ, ਹਾਲਾਂਕਿ ਉਹਦਾ ਆਪਣਾ ਮੀਡੀਆ ਹੈ ਖਰੀਦਿਆ ਹੋਇਆ,
ਤੇ ਉਹਦੇ ਵਿੱਚ ਉਹਨੂੰ ਡਰ ਰਹਿੰਦਾ ਵੀ ਮੈਨੂੰ ਸਵਾਲ ਹੋਣਗੇ, ਮੇਰੇ ਕੋਲ ਜਵਾਬ ਨਹੀਂ ਦਿੱਤੇ ਜਾਣੇ। ਤੇ ਹੁਣ ਇਹ ਹੋਸ਼ੀ ਗੱਲ ਦੇ ਉੱਤੇ ਆ ਗਏ ਆ, ਜਿਹਦੇ ਨਾਲ ਮੈਨੂੰ ਲੱਗਦਾ ਆ ਗਿੱਲ ਸਾਹਿਬ ਕਿ ਭਾਰਤ ਦੀ ਸਰਕਾਰ ਦਾ ਹੋਰ ਜਿਹੜਾ ਇਮੇਜ ਹੈਗਾ ਉਹ ਡਾਊਨ ਜਾਏਗਾ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਵੱਡੇ ਅਖਬਾਰ ਨੇ ਉਹਨਾਂ ਦੇ ਫਰੰਟ ਪੇਜ ਜਿਹੜੇ ਆ ਉਹਨਾਂ ਦੇ ਉੱਤੇ ਕਿਸਾਨ ਬੀਬੀਆਂ ਦੀਆਂ ਤਸਵੀਰਾਂ ਜਿਹੜੀਆਂ ਉਹ ਵੱਡੇ ਵੱਡੇ ਮੈਗਜ਼ੀਨ ਜਿਹੜੇ ਆ ਉਹਨਾਂ ਦੇ ਪਹਿਲੇ ਯਾਨੀ ਜਿਹੜਾ ਟਾਈਟਲ ਪੇਜ ਆ ਉਹਦੇ ਉੱਤੇ ਛਪਦੀਆਂ ਆ। ਨਾਲ ਦੀ ਨਾਲ ਜਿਹੜਾ ਸਾਡੇ ਪ੍ਰਧਾਨ ਮੰਤਰੀ ਦੀਆਂ ਕਾਰਕਰਦਗੀਆਂ ਆ ਉਹਨਾਂ ਤੇ ਵੀ ਬੜਾ ਸਟਾਰ ਕੀਤਾ ਜਾਂਦਾ। ਪਿੱਛੇ ਜਦੋਂ ਪ੍ਰਧਾਨ ਮੰਤਰੀ ਬੜੇ ਆਪਣਾ ਡਰਾਮਾ ਕਰ ਰਹੇ ਸੀਗੇ ਤੇ ਰੋਣਾ ਸ਼ੁਰੂ ਕਰ ਦਿੱਤਾ, ਜੀ ਮੈਨੂੰ ਤਾਂ ਬੜਾ ਦੁੱਖ ਆ, ਮੈਂ ਰੋ ਰਿਹਾ ਆ, ਤਾਂ ਨਿਊਯਾਰਕ ਟਾਈਮ ਆ ਮੇਰਾ ਖਿਆਲ ਸ਼ਾਇਦ ਜਿਹੜਾ ਅਖਬਾਰ, ਉਹਨੇ ਮਗਰਮੱਛ ਬਣਾ ਕੇ ਤੇ ਇਹਦਾ ਹਵਾਲਾ ਦਿੱਤਾ ਸੀਗਾ ਕਿ ਇਹ ਪ੍ਰਧਾਨ ਮੰਤਰੀ ਉੱਦਾਂ ਦੇ ਹੰਝੂ ਵਹਾ ਰਿਹਾ ਜਿਵੇਂ ਕਿ ਮਗਰਮੱਛ ਵਹਾਉਂਦਾ ਆ। ਸੋ ਇਹ ਮੈਂ ਮਹਿਸੂਸ ਕਰਦਾ ਕਿ ਭਾਰਤ ਦੇ ਲੋਕ ਤਾਂ ਇਹ ਉਦਣ ਦੇ ਹੀ ਜਿਹੜੇ ਖਦਸ਼ੇ ਪ੍ਰਗਟ ਕਰਦੇ ਸੀਗੇ ਵੀ ਮੋਦੀ ਦੇ ਆਉਣ ਨਾਲ ਹੁਣ ਡੈਮੋਕ੍ਰੇਸੀ ਨਹੀਂ ਰਹੀ, ਹੁਣ ਇਹ ਯੁੱਗ ਜਿਹੜਾ ਹੈਗਾ ਉਹ ਡਾਂਗੋਕ੍ਰੇਸੀ ਦਾ ਸ਼ੁਰੂ ਹੋ ਗਿਆ, ਫੈਸਿਜ਼ਮ ਦਾ ਸ਼ੁਰੂ ਹੋ ਗਿਆ, ਹਿਟਲਰਵਾਦ ਦਾ ਸ਼ੁਰੂ ਹੋ ਗਿਆ। ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਹੋਈਆਂ ਵੀ ਜਿਹਦੇ ਵਿੱਚ ਮਿਨੋਰਟੀ ਕਮਿਊਨਿਟੀਜ਼ ਨੂੰ ਦਬਾਉਣਾ, ਜਿਹਦੇ ਵਿੱਚ ਨਾਗਰਿਕਤਾ ਕਾਨੂੰਨਾਂ ਦੀ ਗੱਲ ਕਰਨੀ, ਜਿਹਦੇ ਵਿੱਚ 370 ਧਾਰਾ ਜਿਹੜੀ ਹੈਗੀ ਆ ਉਹ ਜੰਮੂ ਕਸ਼ਮੀਰ ਚੋਂ ਹਟਾਉਣੀ, ਤੇ ਨਾਲ ਦੀ ਨਾਲ ਜਿਹੜੇ ਮਜ਼ਦੂਰ ਹੈਗੇ ਆ ਉਹਨਾਂ ਕੋਲੋਂ 12 ਘੰਟੇ ਕੰਮ ਲੈਣ ਦਾ ਕਾਨੂੰਨ ਪਾਸ ਕਰਨਾ, ਜਿਹੜੀਆਂ ਉਹਨਾਂ ਨੂੰ ਸਹੂਲਤਾਂ ਦੇਣ ਵਾਲੀਆਂ ਮੱਦਾਂ ਸੀਗੀਆਂ ਉਹ ਖਾਰਜ ਕਰਨੀਆਂ। ਤੇ ਹੁਣ ਜਿਹੜਾ ਕਿਹਾ ਜਾਂਦਾ ਵੀ ਜਿਹੜੀ ਇੰਡੀਆ ਇਜ਼ ਦਾ ਲਾਰਜੈਸਟ ਡੈਮੋਕ੍ਰੇਸੀ ਇਨ ਦਾ ਵਰਲਡ। ਲਾਰਜੈਸਟ ਡੈਮੋਕ੍ਰੇਸੀ ਦਾ ਮਤਲਬ ਇਹ ਆ ਕਿ ਪਾਪੂਲੇਸ਼ਨ ਦੇ ਤੌਰ ਦੇ ਉੱਤੇ ਇਹਦੇ ਵੱਡੀ ਗਿਣਤੀ ਆ ਵੋਟਰਾਂ ਦੀ, ਤੇ ਉਹ ਜਿਹੜੀ ਸਰਕਾਰ ਚੁਣਦੇ ਆ ਉਹ ਸਭ ਤੋਂ ਵੱਡੀ ਡੈਮੋਕ੍ਰੇਸੀ ਆ। ਪਰੰਤੂ ਇਹ ਡੈਮੋਕ੍ਰੇਸੀ ਜਿਹੜੀ ਆ ਉਦੋਂ ਦੀ ਖੁਰਨੀ ਸ਼ੁਰੂ ਹੋ ਗਈ ਆ ਜਦੋਂ ਦਾ 2014 ਦੇ ਵਿੱਚ ਮੋਦੀ ਸਾਹਿਬ ਨੇ ਗੱਦੀ ਸੰਭਾਲੀ ਆ। ਸੋ ਇਹ ਜਿਹੜਾ ਪਬਲਿਕ ਜਿਹੜੇ ਸੋਸ਼ਲ ਮੀਡੀਆ ਆ, ਭਾਵੇਂ ਉਹ ਫੇਸਬੁੱਕ ਆ ਜਾਂ ਟਵਿੱਟਰ ਆ, ਇਹਨਾਂ ਨੂੰ ਇਸ ਤਰੀਕੇ ਨਾਲ ਡਰਾਉਣਾ, ਔਰ ਜਿਹੜੇ ਦੇਸ਼ ਦੇ ਵਿੱਚ ਤਾਂ ਮੀਡੀਆ ਖਰੀਦ ਲਿਆ, ਹੁਣ ਇਹਨਾਂ ਨੂੰ ਖਰੀਦਣਾ ਪੋਸੀਬਲ ਨਹੀਂ ਹੈ, ਕਿਉਂਕਿ ਇਹ ਇੱਕ ਬੜੀ ਵੱਡੀ ਤਾਕਤ ਆ ਔਰ ਦੁਨੀਆ ਭਰ ਦੇ ਵਿੱਚ ਇਹਨਾਂ ਦਾ ਜਾਲ ਆ। ਇਸ ਕਰਕੇ ਮੈਂ ਕਹਿੰਦਾ ਵੀ ਇਹ ਇੱਕ ਹੋਰ ਪੁੱਠਾ ਕੰਮ ਜਿਹੜਾ ਹੈਗਾ, ਜਿਵੇਂ ਮੈਂ ਪਹਿਲਾਂ ਕਿਹਾ ਬਈ ਇੱਕ ਕਮਲੀ ਦੂਜੀ ਪੈ ਗਈ ਮੜੀਆਂ ਦੇ ਰਾਹ, ਤੇ ਮੜੀਆਂ ਦੇ ਰਾਹ ਪੈਣ ਵਾਲਾ ਇਹਨਾਂ ਨੇ ਜਿਹੜਾ ਸਿਲਸਿਲਾ ਆ ਉਹ ਆਰੰਭ ਕਰ ਲਿਆ। ਅੱਗੇ ਬਥੇਰੀ ਬਦਨਾਮੀ ਜਿਹੜੀ ਆ ਉਹ ਭਾਰਤ ਦੀ ਦੁਨੀਆ ਭਰ ਦੇ ਵਿੱਚ ਹੋ ਚੁੱਕੀ ਆ, ਔਰ ਮੇਰਾ ਖਿਆਲ ਆ ਵੀ ਇਹਨਾਂ ਨੂੰ ਚਾਹੀਦਾ ਇਹ ਆ ਵੀ ਇਹ ਇਸ ਗੱਲ ਤੋਂ ਸਬਕ ਸਿੱਖਣ ਤੇ ਡੈਮੋਕ੍ਰੈਟਿਕ ਵੈਲਿਊ ਵਾਲੇ ਪਾਸੇ ਨੂੰ ਚੱਲਣ, ਤਾਂ ਹੀ ਸਾਡਾ ਦੇਸ਼ ਜਿਹੜਾ ਹੈਗਾ ਉਹਦਾ ਕੋਈ ਚੰਗਾ ਫਿਊਚਰ ਬਣ ਸਕਦਾ ਆ। ਇਹਨਾਂ ਗੱਲਾਂ ਨਾਲ ਮੇਰਾ ਖਿਆਲ ਆ ਵੀ ਜਿਹੜਾ ਵਕਾਰ ਆ ਭਾਰਤ ਦਾ ਅੰਤਰਰਾਸ਼ਟਰੀ ਪੱਧਰ ਤੇ ਉਹਨੂੰ ਹੋਰ ਸੱਟ ਵੱਜੇਗੀ। ਬਿਲਕੁਲ ਪ੍ਰੋਫੈਸਰ ਸਾਹਿਬ, ਔਰ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਵਾਕਿਆ ਹੀ ਕਿ ਭਾਰਤ ਸਰਕਾਰ ਨਾਲੋਂ ਇਹ ਕੱਲਾ ਅਦਾਰਾ ਜਿਹੜਾ ਵੱਧ ਸ਼ਕਤੀਸ਼ਾਲੀ ਅਦਾਰਾ ਆ, ਇਹਨਾਂ ਦੀ ਜਿਹੜੀ ਹੋਂਦ ਹੈ ਉਹਨੂੰ ਦੁਨੀਆ ਮੰਨਦੀ ਆ, ਔਰ ਖਾਸ ਕਰਕੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਇਹਨਾਂ ਦਾ ਵਕਾਰ ਆ, ਇੱਥੋਂ ਤੱਕ ਕਿ ਟਰੰਪ ਵਰਗੇ ਰਾਸ਼ਟਰਪਤੀ ਨੂੰ ਵੀ ਅਗਰ ਉਹ ਕੋਈ ਐਸੀ ਪੋਸਟ ਪਾਉਂਦੇ ਰਹੇ ਤੇ ਉਹਨੂੰ ਰੱਦ ਕਰ ਦਿੱਤਾ ਜਾਂਦਾ ਰਿਹਾ ਇਹਨਾਂ ਵੱਲੋਂ ਬਿਨਾਂ ਕਿਸੇ ਭੈ ਤੋਂ। ਤੇ ਭਾਰਤ ਦੀ ਸਰਕਾਰ ਅਗਰ ਇਸ ਰਾਹ ਪਏਗੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇੱਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ, ਤੇ ਫਿਰ ਬਦਨਾਮੀ ਜਿਹੜੀ ਆ ਬੀਜੇਪੀ ਸਰਕਾਰ ਦੀ ਉਹ ਅੱਗੇ ਦੁਨੀਆ ਪੱਧਰ ਤੇ ਬਹੁਤ ਹੋ ਚੁੱਕੀ ਆ, ਔਰ ਕਿਤੇ ਨਾ ਕਿਤੇ ਜਾ ਕੇ ਫਿਰ ਲੱਗਦਾ ਇਦਾਂ ਆ ਕਿ ਦੁਨੀਆ ਜਿਹੜੀ ਆ ਭਾਰਤ ਨੂੰ ਡੈਮੋਕ੍ਰੈਟਿਕ ਮੁਲਕ ਮੰਨਣ ਤੋਂ ਇਨਕਾਰੀ ਹੋ ਜਾਏਗੀ, ਜਿਹੜਾ ਕਿ ਕਹਿੰਦੇ ਆ ਕਿ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ। ਸੋ ਡੈਮੋਕ੍ਰੇਸੀ ਦੀ ਥਾਂ ਡਾਂਗੋਕ੍ਰੇਸੀ ਤੁਸੀਂ ਸ਼ਬਦ ਵਰਤਿਆ, ਜਾਂ ਡਿਕਟੇਟਰਸ਼ਿਪ ਕਹਿ ਲਈਏ, ਉਸ ਪਾਸੇ ਨੂੰ ਤੁਰੇ ਹੋਏ ਨੇ। ਪਰ ਨਾਲ ਦੀ ਨਾਲ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਜਿਹੜਾ ਉਹਨਾਂ ਦੇ ਕੰਮਕਾਰ ਦਾ ਤਰੀਕਾਕਾਰ ਆ, ਉਹਦੇ ਤੋਂ ਉਹਨਾਂ ਦੀ ਜਿਹੜੀ ਸੇਧ ਦੇਣ ਵਾਲੀ ਗਰੁੱਪ ਹੈ, ਪਾਰਟੀ ਆ RSS, ਜਿਹੜੀ ਬੀਜੇਪੀ ਨੂੰ ਅਪਣਾਉਂਦੀ ਆ ਆਪਣੇ ਏਜੰਡੇ ਵਾਸਤੇ, ਉਹ ਵੀ ਕਿਤੇ ਨਾ ਕਿਤੇ ਨਾਰਾਜ਼ ਹੈ ਔਰ ਲਗਾਤਾਰ ਉਹ ਦਬਾਅ ਬਣਾ ਰਹੀ ਹੈ ਇਸ ਲੀਡਰਸ਼ਿਪ ਦੇ ਉੱਤੇ ਕਿ ਤੁਸੀਂ ਇਸ ਤਰ੍ਹਾਂ ਦੇ ਕੰਮ ਨਾ ਕਰੋ ਜਿਹਦੇ ਨਾਲ
ਜਿਹੜਾ ਅਕਸ ਆ ਉਹ ਖਰਾਬ ਹੋ ਜਾਏ। ਲਗਾਤਾਰ ਮੀਟਿੰਗਾਂ ਦਾ ਦੌਰ ਕਹਿੰਦੇ ਆ ਇਹ ਚੱਲ ਰਿਹਾ, ਉਹਦੇ ਪਿੱਛੇ ਪਰਦੇ ਪਿੱਛੇ ਇਹ ਵੀ ਇੱਕ ਸਿਆਸਤੀ ਕਹਾਣੀ ਨਜ਼ਰ ਆ ਰਹੀ ਆ। ਤੇ ਕਿਤੇ ਐਸਾ ਨਾ ਹੋਵੇ ਕਿ ਹਾਲਾਤ ਐਸੇ ਬਣ ਜਾਣ ਕਿ ਜਿਹੜੀ 2 ਮੈਂਬਰੀ ਟੀਮ ਦੇਸ਼ ਚਲਾ ਰਹੀ ਆ ਉਹਨਾਂ ਨੂੰ ਬਦਲਣ ਦਾ ਮੌਕਾ ਜਿਹੜਾ ਆ ਉਹ ਬਾਹਰ ਦੇ ਪ੍ਰੈਸ਼ਰ ਨਾਲ ਤੇ ਭਾਵੇਂ ਨਾ ਹੋਵੇ, ਕਿਤੇ ਆਰਐਸਐਸ ਨੂੰ ਇਹ ਫੈਸਲਾ ਲੈਣਾ ਪੈ ਜੇ। ਬਿਲਕੁਲ ਤੁਹਾਡੀ ਸਹੀ ਗੱਲ ਹੈ ਜੀ। ਜਿਹੜੀ ਜਿਹੜਾ ਸਾਡਾ ਕਨਸਟੀਟਿਊਸ਼ਨ ਆ, ਜਿਹੜਾ ਸਾਨੂੰ ਡੈਮੋਕ੍ਰੇਸੀ ਦਿੰਦਾ ਆ, ਉਹਦੇ ਮੁਤਾਬਕ ਚੱਲ ਕੇ ਜੇ ਕੋਈ ਗੱਲ ਬਣਦੀ ਆ ਕਿਸੇ ਪਾਰਟੀ ਦੀ, ਕੋਈ ਹਕੂਮਤ ਕਰਦੀ ਆ, ਉਹਦੇ 'ਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ। ਪਰੰਤੂ ਇਸ ਹਕੂਮਤ ਨੇ ਤਾਂ ਆਉਂਦਿਆਂ ਸਾਰ ਹੀ ਕਨਸਟੀਟਿਊਸ਼ਨਲ ਜਿਹੜੀਆਂ ਬਾਡੀਜ਼ ਆ ਉਹਨਾਂ ਦੀਆਂ ਧੱਜੀਆਂ ਉਡਾਉਣੀਆਂ ਸ਼ੁਰੂ ਕਰ ਦਿੱਤੀਆਂ ਔਰ ਮਿਨੋਰਿਟੀਜ਼ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਤੇ ਨਾਲ ਦੀ ਨਾਲ ਜਿਹੜੀ ਕੋਈ ਲੋਕਾਂ ਦੀ ਮਾੜਾ ਮੋਟਾ ਸਾਹ ਨਿਕਲਦਾ ਸੀਗਾ ਉਹ ਸਾਹ ਵੀ ਬੰਦ ਕਰ ਦਿੱਤਾ। ਪਹਿਲਾਂ ਹੀ ਇਹਨਾਂ ਨੇ ਸਾਰਾ ਮੀਡੀਆ ਜਿਹੜਾ ਉਹ ਖਰੀਦਿਆ ਆ ਔਰ ਕੋਈ ਗੱਲ ਜਿਹੜੀ ਆ ਲੋਕਾਂ ਦੀ ਨਹੀਂ ਮੀਡੀਆ ਦੇ ਵਿੱਚ ਜਾਂਦੀ। ਜਿਵੇਂ ਮੈਂ ਪਹਿਲਾਂ ਕਿਹਾ ਬਈ ਇੱਕ ਅੱਧਾ ਮੀਡੀਆ ਜਿਹੜਾ ਮੀਡੀਆ ਹਾਊਸ ਉਹਨੂੰ ਛੱਡ ਕੇ ਉਹਦੇ ਉੱਤੇ ਵੀ ਲਗਾਤਾਰ ਦਬਾਅ ਰਹਿੰਦਾ ਆ। ਤੇ ਇਹ ਹੁਣ ਜਿਹੜਾ ਇਹ ਤਰੀਕਾ ਹੈਗਾ ਇਹ ਮੇਰਾ ਖਿਆਲ ਆ ਵੀ ਕੱਲੀ ਭਾਰਤ ਸਰਕਾਰ ਦੀ ਵਕਾਰ ਦਾ ਇਹ ਸਵਾਲ ਨਹੀਂ ਹੈ, ਇਹ ਭਾਰਤ ਦੇ ਲੋਕਾਂ ਦੇ ਵੀ ਵਕਾਰ ਦਾ ਸਵਾਲ ਹੈਗਾ। ਕਿਉਂਕਿ ਇਹ ਸਰਕਾਰ ਜਿਹੜੀ ਆ ਭਾਵੇਂ ਡਿਕਟੇਟਰਸ਼ਿਪ ਵੱਲ ਨੂੰ ਜਾ ਰਹੀ ਆ, ਪਰੰਤੂ ਭਾਰਤ ਦੇ ਲੋਕ ਜਿਹੜੇ ਆ ਉਹ ਡੈਮੋਕ੍ਰੈਟਿਕ ਨੇ। ਭਾਰਤ ਦੇ ਲੋਕ ਜਿਹੜੇ ਆ ਉਹ ਲੋਕ ਰਾਜ 'ਚ ਵਿਸ਼ਵਾਸ ਰੱਖਦੇ ਆ। ਤੁਹਾਨੂੰ ਪਤਾ ਹੋਣਾ ਕਿ ਇੰਦਰਾ ਗਾਂਧੀ ਸਾਡੇ ਬਹੁਤ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਸੀਗੇ। ਉਹਨਾਂ ਨੇ ਐਮਰਜੈਂਸੀ ਜਦੋਂ ਲਾਈ ਸੀਗੀ ਤਾਂ ਭਾਰਤ ਦੇ ਲੋਕਾਂ ਨੇ ਸਾਰਿਆਂ ਨੇ ਏਕਾ ਕਰਕੇ ਇਕੱਠੇ ਹੋ ਕੇ ਉਹਨੂੰ ਉਲਟਾ ਦਿੱਤਾ ਸੀਗਾ। ਉਹ ਸਰਕਾਰ ਜਿਹੜੀ ਆ ਉਹਨੂੰ ਗੱਦੀ ਤੋਂ ਲਾਹ ਦਿੱਤਾ ਸੀਗਾ ਔਰ ਸਾਬਤ ਕਰਦਾ ਸੀਗਾ ਕਿ ਭਾਰਤ ਦੇ ਲੋਕ ਹੋਰ ਕੁਛ ਭਾਵੇਂ ਨਾ ਕਰ ਸਕਣ ਪਰੰਤੂ ਉਹ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਰੱਖਦੇ ਆ। ਔਰ ਮੈਂ ਮਹਿਸੂਸ ਕਰਦਾ ਕਿ ਇਹ ਜਿਹੜੇ ਅਦਾਰੇ ਆ, ਜਿੱਦਾਂ ਤੁਸੀਂ ਕਿਹਾ ਵੀ ਇਹ ਕੱਲਾ ਅਦਾਰਾ ਜਿਹੜਾ ਆ ਉਹ ਭਾਰਤ ਸਰਕਾਰ ਨਾਲੋਂ ਮਜ਼ਬੂਤ ਆ। ਤੇ ਇੱਥੇ ਮੈਂ ਕਹਿੰਦਾ ਵੀ ਜਿਹੜੇ ਭਾਰਤ ਦੇ ਡੈਮੋਕ੍ਰੈਟਿਕ ਲੋਕ ਨੇ ਉਹਨਾਂ ਨੂੰ ਵੀ ਇਹ ਜਿਹੜਾ ਮੰਗ ਕਰਨੀ ਚਾਹੀਦੀ ਆ ਕਿ ਇਹ ਇਸ ਕਿਸਮ ਦੀ ਗੱਲ ਜਿਹੜੀ ਆ ਉਹ ਨਾ ਕਰਨ ਜੀ। ਪ੍ਰੋਫੈਸਰ ਸਾਹਿਬ, ਜਿਹੜਾ ਕਿਸਾਨ ਅੰਦੋਲਨ ਆ ਇਹਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਉੱਥੇ ਬੈਠੇ ਰਹਿਣ ਦੇ ਨਾਲ ਕਿਸਾਨ ਅੰਦੋਲਨ ਨੇ ਕੀ ਖੱਟਿਆ ਤੇ ਕੀ ਗਵਾਇਆ, ਸਰਕਾਰ ਦੇ ਇਹਦੇ ਵਿੱਚ ਕੀ ਨੁਕਸਾਨ ਹੋਏ। ਹੁਣ ਇਸ ਤਰ੍ਹਾਂ ਦਾ ਸਮਾਂ ਆ ਗਿਆ ਇੰਨੇ ਦੇਰ ਬਾਅਦ ਕਿ ਲੋਕ ਹੁਣ ਇਹਦਾ ਵਿਸ਼ਲੇਸ਼ਣ ਕਰਨ ਲੱਗੇ ਨੇ। ਜਿਹੜੇ ਬਾਹਰਲੇ ਮੁਲਕਾਂ ਦੇ ਪੱਤਰਕਾਰ ਨੇ ਉਹ ਵੀ ਔਰ ਖਾਸ ਕਰਕੇ ਭਾਰਤ ਦੇ ਵਿੱਚ ਬੈਠੇ ਜਰਨਲਿਸਟ ਵੀ ਜਿਹੜੇ ਸੁਹਿਰਦ ਨੇ ਉਹ ਇਹ ਦੇਖ ਰਹੇ ਨੇ ਕਿ ਕਿਸਾਨਾਂ ਕੋਲ ਭਾਵੇਂ ਬਹੁਤ ਸਖਤ ਹਾਲਾਤਾਂ ਦੇ ਵਿੱਚ ਉਹ ਉੱਥੇ ਬੈਠੇ ਨੇ, ਅੱਤ ਦੀ ਸਰਦੀ ਉਹਨਾਂ ਆਪਣੇ ਪਿੰਡੇ ਤੇ ਹੰਡਾਈ ਤੇ ਹੁਣ ਅੱਤ ਗਰਮੀ ਦੇ ਵਿੱਚ ਵੀ ਉਹ ਆਪਣੇ ਘਰ-ਬਾਰ ਛੱਡ ਕੇ ਝੁੱਗੀਆਂ ਪਾ ਕੇ ਉੱਥੇ ਬੁਰੀ ਹਾਲਾਤ, ਸੜਕ ਤੇ ਸੌਣਾ ਇੰਨਾ ਸੌਖਾ ਨਹੀਂ ਹੁੰਦਾ। ਪਰ ਇੱਕ ਚੀਜ਼ ਕਿਸਾਨ ਅੰਦੋਲਨ ਨੇ ਸਾਬਤ ਕਰ ਦਿੱਤੀ ਹੈ ਕਿ ਮੋਦੀ ਸਰਕਾਰ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨ ਵਾਲਾ ਕੋਈ ਹਿੰਦੁਸਤਾਨ 'ਚ ਅਜੇ ਜਿੰਦਾ ਹੈ। ਕਿਉਂਕਿ ਇਹਨਾਂ ਨੇ ਪਿਛਲੇ ਦਿਨਾਂ 'ਚ ਜਿਵੇਂ ਜਨਗਣਨਾ ਕਰਕੇ CAA ਲਿਆਂਦਾ, ਕਸ਼ਮੀਰ ਨੂੰ ਤੋੜਿਆ, ਉਹਦੀਆਂ ਸਟੇਟਾਂ ਵੱਖ-ਵੱਖ ਬਣਾਈਆਂ ਔਰ ਬਹੁਤ ਕੁਝ ਹੋਰ ਹੋਇਆ ਜਿਹੜਾ ਆਪਾਂ ਇੱਥੇ ਜ਼ਿਕਰ ਕਰਦੇ ਰਹਿੰਦੇ ਆ। ਤੇ ਉਹਦੇ ਲਈ ਕੋਈ ਵੱਡੀ ਮੂਵਮੈਂਟ ਨਹੀਂ ਸੀ ਉੱਠ ਸਕੀ। ਇੱਕ ਸ਼ਹੀਨ ਬਾਗ ਦੀ ਮੂਵਮੈਂਟ ਜ਼ਰੂਰ ਉੱਠੀ ਸੀ ਜਿਹਨੂੰ ਫਿਰਕੂ ਰੰਗ ਦੇ ਕੇ ਇਹਨਾਂ ਨੇ ਦੰਗਿਆਂ ਵਿੱਚ ਬਦਲ ਦਿੱਤਾ ਔਰ ਜਿਹੜੇ ਲੋਕ ਉੱਥੇ ਸੰਘਰਸ਼ ਕਰ ਰਹੇ ਸੀ ਉਹਨਾਂ ਨੂੰ ਅਜੇ ਤੱਕ ਵੀ ਜੇਲ੍ਹਾਂ 'ਚ ਬੰਦ ਕੀਤਾ ਹੋਇਆ ਆ ਔਰ ਉਹਨਾਂ ਦੇ ਉੱਤੇ ਤਸ਼ੱਦਦ ਹੋਇਆ ਬੜਾ ਬੁਰੀ ਤਰ੍ਹਾਂ। ਪਰ ਕਿਸਾਨ ਅੰਦੋਲਨ ਜਦੋਂ ਦਾ ਸ਼ੁਰੂ ਹੋਇਆ ਉਹਦੀ ਪਹਿਲ ਕੀਤੀ ਪੰਜਾਬ ਨੇ ਤੇ ਪੰਜਾਬ ਨੇ ਸਾਬਤ ਫਿਰ ਇੱਕ ਵਾਰੀ ਕਰ ਦਿੱਤਾ ਕਿ ਸਾਨੂੰ ਇਸ ਤਰ੍ਹਾਂ ਤੁਸੀਂ ਨਹੀਂ ਦਬਾ ਸਕਦੇ। ਔਰ ਦੂਜੇ ਪਾਸੇ ਕਿਸਾਨ ਅੰਦੋਲਨ ਜਿਵੇਂ ਸਾਰੇ ਭਾਰਤ ਵਿੱਚ ਇਹਨਾਂ ਦੇ ਲਗਾਤਾਰ ਦੁਰਪ੍ਰਚਾਰ ਤੋਂ ਬਾਵਜੂਦ ਕਿ ਖਾਲਿਸਤਾਨੀ ਮੂਵਮੈਂਟ ਆ, ਇਹਦੇ ਪਿੱਛੇ ਫਾਰਮ ਦਾ ਫੰਡ ਲੱਗਾ ਹੋਇਆ, ਇਹਦੇ ਪਿੱਛੇ ਹੋਰ ਕਈ ਕੁਝ ਆ, ਉਹਦੇ ਬਾਵਜੂਦ ਇਹ ਅੰਦੋਲਨ ਜਿਹੜਾ ਆ ਉਹਨੇ ਸਾਬਤ ਕੀਤਾ ਕਿ ਇੱਕ ਸੈਕੂਲਰ ਮੂਵਮੈਂਟ ਹੈ ਔਰ ਧਰਮ ਤੋਂ ਉੱਪਰ ਉੱਠ ਕੇ ਇਹਨਾਂ ਦੀ ਇੱਕ ਆਰਥਿਕ ਮੰਗ ਹੈ ਔਰ ਕੱਲੀ ਆਰਥਿਕ ਮੰਗ ਦੇ ਉੱਤੇ ਇਹ ਮੋਰਚਾ ਲੱਗਿਆ ਹੋਇਆ, ਨਾ ਕਿ ਕਿਸੇ ਹੋਰ ਚੀਜ਼ ਨੂੰ ਉਹਨਾਂ ਨੇ ਰਲਗੱਡ ਹੋਣ ਦਿੱਤਾ, ਨਾ ਸਿਆਸਤ ਨੂੰ ਵਿੱਚ ਆਉਣ ਦਿੱਤਾ, ਨਾ ਧਰਮ ਨੂੰ ਆਉਣ ਦਿੱਤਾ, ਨਾ ਹੀ ਕੁਝ ਇੱਕ ਲੋਕ ਜਿਹੜੇ ਮੋਰਚੇ ਨੂੰ ਖਰਾਬ ਕਰਨ ਵਾਲੇ ਸੀ ਉਹਨਾਂ ਨੂੰ ਬਿਲਕੁਲ ਉਹਨਾਂ ਨੰਗਿਆ ਕਰ ਦਿੱਤਾ ਕਿ ਇਹ ਲੋਕ ਜਿਹੜੇ ਨੇ ਇਹ ਸਰਕਾਰ ਦੇ ਹੱਥਾਂ 'ਚ ਖੇਡਦੇ ਨੇ। ਸੋ ਇਹ ਇੱਕ ਵੱਡੀ
ਅਚੀਵਮੈਂਟ ਕਹੀ ਜਾ ਸਕਦੀ ਹੈ ਕਿਸਾਨ ਮੋਰਚੇ ਦੀ ਕਿ ਉਹਨਾਂ ਨੇ ਡੈਮੋਕ੍ਰੈਟਿਕ ਜਿਹੜੇ ਭਾਰਤ ਦੇ ਨਿਯਮ ਨੇ ਜਾਂ ਜਿਹੜੀਆਂ ਡੈਮੋਕ੍ਰੇਸੀ ਦੀਆਂ ਮਾਨਤਾਵਾਂ ਨੇ ਉਹਦੇ ਅਨੁਕੂਲ ਇਹ ਮੋਰਚਾ ਚਲਾਇਆ ਔਰ ਸਰਕਾਰ ਨੂੰ ਮਜਬੂਰ ਕੀਤਾ ਕਿ ਉਹ ਇੱਥੇ ਜ਼ਬਰਦਸਤੀ ਨਾ ਕਰ ਸਕੇ। ਦੇਖੋ, ਇਸ ਮੋਰਚੇ ਦੀ ਸਭ ਤੋਂ ਵੱਡੀ ਪ੍ਰਾਪਤੀ ਤੁਸੀਂ ਆਪ ਦੱਸ ਦਿੱਤੀ ਹੈਗੀ ਆ ਕਿ 2014 ਤੋਂ ਲੈ ਕੇ ਤੇ 18-19 ਤੱਕ ਕੋਈ ਮੂਵਮੈਂਟ ਜਿਹੜੀ ਆ ਉਹ ਨਾ ਉੱਠਣ ਦਿੱਤੀ ਤੇ ਨਾ ਕੋਈ ਪ੍ਰਧਾਨ ਮੰਤਰੀ ਦੀ ਅੱਖ 'ਚ ਅੱਖ ਪਾ ਕੇ ਗੱਲ ਕਰ ਸਕਿਆ। ਇਹ ਮੋਰਚਾ ਜਿਹੜਾ ਆ, ਪਹਿਲੀ ਗੱਲ ਤਾਂ ਇਹ ਆ ਕਿ ਇਹਨੇ ਇੱਕ ਲੋਕ ਅੰਦੋਲਨ ਦਾ ਜਿਹੜਾ ਰੂਪ ਆ ਉਹ ਧਾਰਨ ਕੀਤਾ ਔਰ ਇਹਦੇ ਵਿੱਚ ਕਿਉਂਕਿ ਨਿਰੋਲ ਆਰਥਿਕ ਮੰਗਾਂ ਤਾਂ ਇਹਦੀਆਂ ਇਹੋ ਹੀ ਆ ਨਾ ਕਿ ਜਿਹੜੇ 3 ਕਾਲੇ ਕਾਨੂੰਨ ਆ ਉਹ ਵਾਪਸ ਲੈ ਲਓ ਤੇ MSP ਜਿਹੜੀ ਆ ਮਿਨੀਮਮ ਸਪੋਰਟ ਪ੍ਰਾਈਸ ਘੱਟੋ ਘੱਟ ਜਿਹੜੀ ਕੀਮਤ ਹੈਗੀ ਆ ਉਹਦੇ ਬਾਰੇ ਕਾਨੂੰਨ ਬਣਾ ਦਿਓ। ਇਹਦੇ ਨਾਲ ਇਹ ਇੱਕ ਸੈਕੂਲਰ ਰੰਗ ਵਾਲਾ ਮੋਰਚਾ ਬਣ ਕੇ ਉੱਭਰਿਆ ਕਿਉਂਕਿ ਜਿਵੇਂ ਸ਼ਹੀਨ ਬਾਗ ਵਾਲੇ ਮੋਰਚੇ ਨੂੰ ਇੱਕ ਫਿਰਕੂ ਰੰਗ ਦੇ ਕੇ ਤੇ ਉਹਨੂੰ ਸੀਮਤ ਕਰ ਦਿੱਤਾ ਗਿਆ, ਇਹਨੂੰ ਸੀਮਤ ਕਰਨ ਦੇ ਯਤਨ ਕੀਤੇ ਗਏ ਜਦੋਂ, ਕਿਉਂਕਿ ਪੰਜਾਬ ਤੋਂ ਇਹ ਸ਼ੁਰੂ ਹੋਇਆ ਸੀਗਾ। ਪੰਜਾਬ ਦੇ ਵਿੱਚ ਬਹੁ ਗਿਣਤੀ ਜਿਹੜੀ ਆ ਉਹ ਸਿੱਖ ਭਾਈਚਾਰੇ ਦੀ ਆ ਤੇ ਇਹਨੂੰ ਪੱਗ ਨਾਲ ਰਲਗੱਡ ਕਰਕੇ ਪੱਗ ਵੇਖ ਕੇ ਖਾਲਿਸਤਾਨੀ ਵੀ ਕਿਹਾ, ਪਾਕਿਸਤਾਨ ਦੀ ਸ਼ਹਿ ਤੇ ਵੀ ਕਿਹਾ, ਚੀਨ ਦੀ ਸ਼ਹਿ ਤੇ ਵੀ ਕਿਹਾ, ਵਿਦੇਸ਼ਾਂ ਦੀ ਸ਼ਹਿ ਤੇ ਵੀ ਕਿਹਾ, ਪਰੰਤੂ ਇਹ ਗੱਲ ਜਿਹੜੀ ਆ ਉਹ ਲੋਕਾਂ ਦੇ ਵਿੱਚ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਲੋਕਾਂ ਦੇ ਮਨਾਂ ਦੇ ਵਿੱਚ ਕਿਸਾਨ ਜਿਹੜੇ ਆ, ਕਿਸਾਨ ਮੋਰਚਾ ਜਿਹੜਾ ਆ ਇਹ ਲੋਕਾਂ ਦੀਆਂ ਮੰਗਾਂ ਦਾ ਮੋਰਚਾ ਆ ਜਿਹਦੇ ਵਿੱਚ ਕਿਸਾਨੀ ਨਾਲ ਸੰਬੰਧਿਤ ਇਹ ਕਾਨੂੰਨ ਨੇ ਤੇ ਨਾਲ ਦੀ ਨਾਲ ਜੇ ਇਹ ਕਾਨੂੰਨ ਜਾਰੀ ਰਹਿੰਦੇ ਆ ਤਾਂ ਖਪਤਕਾਰ ਵੀ ਜਿਹੜਾ ਉਹਨੂੰ ਨੁਕਸਾਨ ਹੀ ਹੋਣਾ ਆ ਔਰ ਕੋਈ ਵਿਦਿਆਰਥੀ ਜਿਹੜੇ ਹੈਗੇ ਆ, ਕੋਈ ਜਿਹੜੀਆਂ ਮੁਲਾਜ਼ਮ ਲੋਕ ਹੈਗੇ ਆ, ਜਿਹੜੇ ਵੱਖਰੇ ਵੱਖਰੇ ਵਰਗਾਂ ਦੇ ਲੋਕ ਆ, ਉਹ ਭਾਵੇਂ ਆੜਤੀਏ ਹੀ ਕਿਉਂ ਨਾ ਹੋਣ, ਛੋਟੇ ਵਪਾਰੀ ਕਿਉਂ ਨਾ ਹੋਣ। ਸੋ ਇਹ ਇੱਕ ਸੈਕੂਲਰ ਮੋਰਚਾ ਜਿਹੜਾ ਹੈਗਾ ਉਹ ਮੋਰਚੇ ਨੂੰ ਇਸ ਗੱਲ ਦਾ ਕ੍ਰੈਡਿਟ ਜਾਂਦਾ ਕਿ ਉਹਨਾਂ ਨੇ ਇਹਨੂੰ ਇੱਕ ਧਰਮ ਨਿਰਪੱਖ ਮੋਰਚੇ ਦਾ ਜਿਹੜਾ ਇੱਕ ਰੰਗ ਜਿਹੜਾ ਹੈਗਾ ਉਹ ਦਿੱਤਾ। ਅਗਲੀ ਗੱਲ ਜਿਹੜੀ ਆ ਉਹ ਇਹ ਆ ਵੀ ਇਹਨਾਂ ਨੇ ਇੱਕ ਸਲੋਗਨ ਬਹੁਤ ਵਧੀਆ ਦਿੱਤਾ, ਇਹ ਆਲ ਇਨ ਯੂਨਿਟੀ, ਕਿ ਜਿੰਨੇ ਕਿਸਾਨ ਆ ਪੰਜਾਬ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਪਹਿਲਾਂ, ਫਿਰ ਹਰਿਆਣੇ ਦੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਨਾਲ ਰਲੀਆਂ, ਉਸ ਤੋਂ ਬਾਅਦ ਰਾਜਸਥਾਨ ਦੀਆਂ ਜਥੇਬੰਦੀਆਂ ਰਲੀਆਂ, ਯੂਪੀ ਦੀਆਂ ਰਲੀਆਂ ਤੇ ਹੁਣ ਤਾਂ ਮੇਰਾ ਖਿਆਲ ਇਹ ਆ ਗਿੱਲ ਸਾਹਿਬ ਵੀ ਦੇਸ਼ ਦਾ ਕੋਈ ਹਿੱਸਾ ਨਹੀਂ ਹੋਣਾ ਜਿੱਥੋਂ ਦੇ ਕਿਸਾਨ ਜਿਹੜੇ ਆ ਉਹ ਇਹਦੇ ਵਿੱਚ ਸ਼ਾਮਲ ਨਹੀਂ। ਔਰ ਲੀਡਰਸ਼ਿਪ ਦੀ ਸਿਆਣਪ ਜਿਹੜੀ ਆ ਉਹ ਇਹ ਆ ਕਿ ਉਹਨਾਂ ਨੇ ਇੱਕ ਨਾਰਾ ਬਹੁਤ ਵਧੀਆ ਖੂਬਸੂਰਤ ਔਰ ਪ੍ਰੈਕਟੀਕਲ ਨਾਰਾ ਦਿੱਤਾ ਭਈ ਹਿੰਸਾ ਜੇ ਹੁੰਦੀ ਆ ਤਾਂ ਸਰਕਾਰ ਜਿੱਤਦੀ ਆ, ਜੇ ਅੰਦੋਲਨ ਸ਼ਾਂਤਮਈ ਰਹਿੰਦਾ ਆ ਤਾਂ ਫਿਰ ਅੰਦੋਲਨ ਜਿੱਤਦਾ ਆ। ਔਰ ਅੱਜ ਤੱਕ ਵੀ ਸਾਰੀਆਂ ਪ੍ਰੋਵੋਕੇਸ਼ਨਸ ਦੇ ਬਾਵਜੂਦ, ਬਹੁਤ ਸਾਰੇ ਯਤਨਾਂ ਦੇ ਬਾਵਜੂਦ, ਜਿਨ੍ਹਾਂ 'ਚ ਸਰਕਾਰ ਦੇ ਯਤਨ ਵੀ ਸ਼ਾਮਲ ਨੇ, ਉਹਦੀਆਂ ਏਜੰਸੀਆਂ ਦੇ ਯਤਨ ਸ਼ਾਮਲ ਨੇ, ਪੁਲਿਸ ਦੇ ਯਤਨ ਸ਼ਾਮਲ ਨੇ, ਗਾਂ ਦੀ ਗਾਂ ਜਿਹੜੇ ਕੋਈ ਸ਼ਰਾਰਤੀ ਅਨਸਰ ਨੇ ਉਹਨਾਂ ਦੇ ਯਤਨ ਸ਼ਾਮਲ ਨੇ, ਪਰੰਤੂ ਫਿਰ ਵੀ ਕਿਤੇ ਵੀ ਕੋਈ ਪ੍ਰੋਵੋਕੇਸ਼ਨ ਨਹੀਂ ਹੋਈ ਔਰ ਮੋਰਚਾ ਜਿਹੜਾ ਹੈ ਅੱਜ ਵੀ ਸ਼ਾਂਤੀਪੂਰਵਕ ਚੱਲ ਰਿਹਾ। ਨਾਲ ਦੀ ਨਾਲ ਇੱਕ ਸੈਕੂਲਰਿਜ਼ਮ ਜਿਹੜਾ ਉਹ ਭਾਈਚਾਰੇ ਦਾ ਇੱਕ ਬਹੁਤ ਵੱਡਾ ਆਧਾਰ ਆ। ਸੋ ਇਹ ਭਾਈਚਾਰਾ ਵੀ ਮਜ਼ਬੂਤ ਹੋਇਆ ਜਿਹਦੇ ਵਿੱਚ ਦੇਸ਼ ਦੇ ਲੋਕਾਂ ਨੇ ਕੋਈ ਧਰਮ ਨਹੀਂ ਦੇਖਿਆ, ਕੋਈ ਇਲਾਕਾ ਨਹੀਂ ਦੇਖਿਆ, ਕੋਈ ਜਾਤ ਨਹੀਂ ਦੇਖੀ ਔਰ ਲੀਡਰਸ਼ਿਪ ਜਿਹੜੀ ਆ ਉਹ ਆਪਣੀ ਸਿਆਣਪ ਨਾਲ ਅੱਗੇ ਵਧ ਰਹੀ ਆ। ਹੁਣ ਤੁਸੀਂ ਦੇਖੋ ਰਕੇਸ਼ ਟਕੈਤ ਹੋਰੀ, ਸਾਰਿਆਂ ਨੂੰ ਪਤਾ, ਆਪਾਂ ਅੱਗੇ ਵੀ ਗੱਲ ਕੀਤੀ ਆ ਕਿ ਜਿਹੜੇ ਭਾਰਤੀ ਕਿਸਾਨਾਂ ਦੇ ਬਹੁਤ ਵੱਡੇ ਲੀਡਰ ਸੀਗੇ, ਮਹਿੰਦਰ ਸਿੰਘ ਟਕੈਤ, ਉਹਨਾਂ ਨੇ ਬਹੁਤ ਵੱਡੀ ਤਗੜੀ ਮੂਵਮੈਂਟ ਉਹ ਸਾਰੀ ਸੀਗੀ, ਇਹ ਉਹਨਾਂ ਦੇ ਬੇਟੇ ਆ ਔਰ ਉਹਨਾਂ ਦੀ ਅਪੀਲ ਦੇਖੋ ਕਿੰਨੀ ਹੈਗੀ ਆ ਕਿ ਉਹਨਾਂ ਦੇ ਅੱਖਾਂ ਚੋਂ ਡਿੱਗੇ ਹੋਏ ਹੰਝੂਆਂ ਦੇ ਉੱਤੇ ਕਿੱਦਾਂ ਵਜ਼ੀਰਾਂ ਘੱਤ ਕੇ ਯੂਪੀ ਔਰ ਹਰਿਆਣੇ ਦੇ ਲੋਕ ਆਏ। ਉਹ ਦੇਖੋ ਕਿੰਨੇ ਨਿਮਰ ਆ। ਉਹ ਇਹ ਕਹਿੰਦੇ ਆ ਕਿ ਬਈ ਉਹਨਾਂ ਦੀ ਬੈਕਗਰਾਊਂਡ ਮੈਂ ਤਾਂ ਦੱਸੀ ਆ ਵੀ ਉਹ ਏਡੇ ਵੱਡੇ ਲੀਡਰ ਆ
ਔਰ ਨਿਮਰਤਾ ਉਹਨਾਂ 'ਚ ਇੰਨੀ ਆ, ਉਹ ਕਹਿੰਦੇ ਵੀ ਮੇਰੇ ਅਸਲ ਦੇ ਵਿੱਚ ਲੀਡਰ ਜਿਹੜੇ ਆ ਨਾ ਉਹ ਸੰਯੁਕਤ ਮੋਰਚੇ ਵਾਲੇ ਆ, ਪੰਜਾਬ ਦੇ ਮੇਰੇ ਲੀਡਰ ਆ। ਸੋ ਇਹ ਲੀਡਰਸ਼ਿਪ ਦੀ ਰਿਸਪੈਕਟ, ਲੀਡਰਸ਼ਿਪ ਦਾ ਹੰਬਲ ਹੋਣਾ, ਲੀਡਰਸ਼ਿਪ ਦਾ ਸੈਕੂਲਰ ਰਹਿਣਾ, ਲੀਡਰਸ਼ਿਪ ਦਾ ਠੀਕ ਨਾਰਿਆਂ ਤੇ ਕਾਇਮ ਰਹਿਣਾ, ਦ੍ਰਿੜਤਾ ਜਿਹੜੀ ਆ ਉਹ ਰੱਖਣੀ, ਇਹ ਮੈਨੂੰ ਲੱਗਦਾ ਵੀ ਇਹ। ਔਰ ਪੱਛਮੀ ਬੰਗਾਲ ਦੇ ਵਿੱਚ ਕੋਈ ਮੰਨੇ ਭਾਵੇਂ ਨਾ ਮੰਨੇ, ਕਿਸਾਨਾਂ ਦਾ ਵੱਡਾ ਹੱਥ ਆ, ਉਹਨਾਂ ਨੇ ਟਿਲਟ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਲਲਕਾਰੇ ਮਾਰਦੇ ਜਿਹੜੇ ਇੱਥੋਂ ਲੀਡਰ ਜਾਂਦੇ ਸੀਗੇ ਦਿੱਲੀੋਂ ਬੀਜੇਪੀ ਦੇ, ਔਰ ਮਮਤਾ ਨੂੰ ਬੜੇ ਮਾੜੇ ਸ਼ਬਦਾਂ ਨਾਲ ਸੰਬੋਧਨ ਕਰਦੇ ਸੀਗੇ, ਉਹਨਾਂ ਨੂੰ ਉਲਟਾਉਣ ਦੇ ਵਿੱਚ ਔਰ ਬੰਗਾਲ ਦੇ ਵਿੱਚ ਬੀਜੇਪੀ ਨੂੰ ਹਰਾਉਣ ਦੇ ਵਿੱਚ ਇਸ ਅੰਦੋਲਨ ਦਾ ਬਹੁਤ ਵੱਡਾ ਹੱਥ ਆ। ਜਿਹੜੀਆਂ ਪੰਚਾਇਤਾਂ ਦੀਆਂ ਚੋਣਾਂ ਯੂਪੀ 'ਚ ਹੋਈਆਂ, ਉਹਨਾਂ ਨੂੰ ਹਰਾਉਣ ਦੇ ਵਿੱਚ ਇਹਦਾ ਬੜਾ ਵੱਡਾ ਹੱਥ ਆ। ਔਰ ਇਸ ਵੇਲੇ ਇਹ ਦੁਨੀਆ ਭਰ ਦੀਆਂ ਜਿਹੜੇ ਲੋਕ ਨੇ, ਜਿਹੜੇ ਜਸਟਿਸ ਲਿਵਿੰਗ ਲੋਕ ਨੇ, ਉਹਨਾਂ ਦੀ ਹਮਦਰਦੀ ਜਿਹੜੀ ਆ ਉਹ ਇਸ ਅੰਦੋਲਨ ਨਾਲ ਆ। ਸੋ ਮੈਂ ਸਮਝਣਾ ਵੀ ਇਹ ਅੰਦੋਲਨ ਦੀ ਬਹੁਤ ਵੱਡੀ ਪ੍ਰਾਪਤੀ ਆ ਕਿ ਦਿਨ ਬ ਦਿਨ ਵੱਧ ਰਿਹਾ ਹੈਗਾ। ਸੋ ਇਸ ਕਰਕੇ ਇਹ ਇਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਕਿਸਾਨਾਂ ਦੀਆਂ, ਉਹਨਾਂ ਦੇ ਵਿੱਚ ਗਿਣਿਆ ਜਾ ਸਕਦਾ। ਪ੍ਰੋਫੈਸਰ ਸਾਹਿਬ, ਤੁਸੀਂ ਜ਼ਿਕਰ ਕੀਤਾ ਯੂਪੀ ਦੀ ਇਲੈਕਸ਼ਨ ਹਾਰਨ ਦਾ। ਵੈਸੇ ਤਾਂ ਬੜੀ ਵੱਡੀ ਸੱਟ ਲੱਗੀ ਬੀਜੇਪੀ ਨੂੰ ਜਦੋਂ ਵੈਸਟ ਬੰਗਾਲ 'ਚ ਆ ਰਹੇ ਨੇ, ਪਰ ਉਤੋਂ ਵੀ ਸ਼ਾਇਦ ਵੱਡਾ ਸਦਮਾ ਇਹਨਾਂ ਨੂੰ ਇਹ ਆ ਕਿ ਜਿਹੜਾ ਨਾਰਥ ਇੰਡੀਆ ਆ, ਕਿ ਬੰਗਾਲ ਦਾ ਕਲਚਰ ਕਿਸੇ ਅਲੱਗ ਤਰ੍ਹਾਂ ਦਾ ਕਲਚਰ ਸੀਗਾ, ਔਰ ਉਹਨਾਂ ਨੂੰ ਉਮੀਦ ਤੇ ਭਾਵੇਂ ਸੀਗੀ ਕਿ ਅਸੀਂ ਉੱਥੇ ਲੋਕਾਂ ਨੂੰ ਵਰਗਲਾ ਲਾਂਗੇ, ਪਰ ਉਹ ਨਹੀਂ ਕਰ ਪਾਏ। ਪਰ ਜਿਹੜੀ ਯੂਪੀ ਦੇ ਵਿੱਚ ਸਥਾਨਕ ਪੱਧਰ ਦੀਆਂ ਜਿਹੜੀਆਂ ਇਲੈਕਸ਼ਨ ਹੋਈਆਂ, ਉਹਦੇ ਵਿੱਚ ਜਿਹੜੀ ਹਾਰ ਹੋਈ ਆ, ਉਹਨੂੰ ਲੈ ਕੇ ਬੜਾ ਭਾਰੀ ਮੰਥਨ ਚੱਲ ਰਿਹਾ ਬੀਜੇਪੀ ਦੇ ਵਿਦਿਨ ਕਿ ਸਾਡਾ ਜਿਹੜਾ ਅਕਸ ਯੂਪੀ 'ਚ ਖਰਾਬ ਹੋ ਗਿਆ, ਇਹ ਸਾਨੂੰ ਲੈ ਬੈਗਾ 2014 ਵਿੱਚ, ਸੌਰੀ 2024 ਵਿੱਚ ਜਦੋਂ ਅਗਲੀ ਇਲੈਕਸ਼ਨ ਆਏਗੀ। ਔਰ ਲਗਾਤਾਰ ਸਾਖ ਇਹਨਾਂ ਦੀ ਨਾਰਥ ਇੰਡੀਆ ਦੀਆਂ ਜਿਹੜੀਆਂ ਬਿਹਾਰ ਤੇ ਯੂਪੀ ਸਟੇਟ ਜਿਹੜੀਆਂ ਸਭ ਤੋਂ ਵੱਧ ਸੀਟਾਂ ਲੈ ਕੇ ਜਾਂਦੀਆਂ ਨੇ ਇਹਨਾਂ ਵਾਸਤੇ, ਉੱਥੇ ਵੀ ਇਹਨਾਂ ਦੀ ਹਾਲਤ ਪਤਲੀ ਹੁੰਦੀ ਨਜ਼ਰ ਆ ਰਹੀ ਆ। ਤੇ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਟਕੈਤਰਾਂ ਦੀ, ਉਹਦੇ ਵਿੱਚ ਇੱਕ ਹੋਰ ਬੜਾ ਵੱਡਾ ਫੈਕਟਰ ਹੈ ਜਿਹਨੂੰ ਬਹੁਤਾ ਉਛਾਲਿਆ ਨਹੀਂ ਗਿਆ, ਬਹੁਤਾ ਲਿਆਂਦਾ ਨਹੀਂ ਗਿਆ। ਉਹ ਖਾਸ ਕਰਕੇ ਇਹ ਸੀਗਾ ਕਿ ਜਿਹੜਾ ਗਾਜ਼ੀਪੁਰ ਬਾਰਡਰ ਆ, ਉਹਦੇ ਤੇ ਵਧੇਰੇ ਕਰਕੇ ਕਿਸਾਨ ਜਿਹੜੇ ਸੀ ਉਹ ਆਪਣੇ ਉੱਤਰਾਖੰਡ ਦੇ ਤੇ ਯੂਪੀ ਦੇ ਉਹ ਜਿਹੜਾ ਹਿੱਸਾ ਬਿਲਕੁਲ ਉਧਰ ਲੱਗਦਾ, ਉਹਦੇ ਨਾਲ ਦੇ ਕਿਸਾਨ ਸੀਗੇ ਆਏ ਹੋਏ। ਉੱਥੇ ਕਾਫੀ ਕਿਸਾਨ ਜਿਹੜੇ ਸੀ ਸਿੱਖ ਪਰਿਵਾਰ ਸੀਗੇ, ਤੇ ਸਰਕਾਰ ਦਾ ਜਿਹੜਾ ਨਿਸ਼ਾਨਾ ਸੀਗਾ ਉਹ ਕਿਸੇ ਨਾ ਕਿਸੇ ਤਰ੍ਹਾਂ 26 ਜਨਵਰੀ ਵਾਲੀ ਘਟਨਾ ਦਾ ਬਹਾਨਾ ਬਣਾ ਕੇ ਸਿੱਖਾਂ ਨੂੰ ਆਈਸੋਲੇਟ ਕਰਨ ਦਾ ਤੇ ਖਾਲਿਸਤਾਨ ਦੀ ਮੂਵਮੈਂਟ ਨਾਲ ਇਹਨੂੰ ਜੋੜਨ ਦਾ ਸੀਗਾ। ਟਕੈਤਰਾਂ ਨੇ ਉਸ ਸਮੇਂ ਵੀ ਸਪਸ਼ਟ ਕੀਤਾ ਸੀਗਾ ਕਿ ਮੈਂ ਆਪਣੇ ਇਹਨਾਂ ਸਾਥੀਆਂ ਨੂੰ, ਜਿਨ੍ਹਾਂ ਦੀ ਹਿੰਮਤ ਕਰਕੇ ਸਾਰਾ ਕੁਝ ਹੋਇਆ, ਭਾਵੇਂ ਉਹ ਦੇਹਰਾਦੂਨ ਵਾਲੇ ਇਲਾਕੇ ਤੋਂ ਲੋਕ ਆਏ ਸੀ ਉੱਤਰਾਖੰਡ ਤੋਂ, ਪਰ ਹੈ ਉਹ ਪੰਜਾਬੀ ਮੂਲ ਦੇ, ਔਰ ਉਹਨਾਂ ਦੇ ਵਿੱਚ ਸਰਦਾਰ ਸਿੱਖ ਜ਼ਿਆਦਾ ਗਿਣਤੀ ਵਿੱਚ ਸੀਗੇ। ਸੋ ਉਹਨਾਂ ਨੇ ਉਦੋਂ ਵੀ ਕਿਹਾ ਸੀ, ਸਪਸ਼ਟ ਬਾਂਹ ਫੜੀ ਸੀ ਕਿ ਮੈਂ ਇਹਨਾਂ ਲੋਕਾਂ ਨੂੰ ਕਿੱਦਾਂ ਛੱਡ ਕੇ ਜਾ ਸਕਦਾ। ਉਹਨਾਂ ਦੇ ਅਥਰੂਆਂ ਦੇ ਪਿੱਛੇ ਇਹ ਵੀ ਇੱਕ ਕਾਰਨ ਸੀਗਾ ਕਿ ਇਹ ਲੋਕ ਦੇਸ਼ ਦੇ ਰਾਖੇ ਨੇ। ਇਹਨਾਂ ਲੋਕਾਂ ਨੇ ਅਥਾਹ ਕੁਰਬਾਨੀਆਂ ਕੀਤੀਆਂ, ਉਦੋਂ ਦੀਆਂ ਉਹਨਾਂ ਦੀਆਂ ਤੁਸੀਂ ਵੀਡੀਓ ਕੱਢ ਕੇ ਵੇਖ ਲਓ। ਤੇ ਉਹਨਾਂ ਬਾਰ-ਬਾਰ ਇਹ ਗੱਲ ਕਹੀ ਸੀਗੀ ਕਿ ਮੈਂ ਇਹਨਾਂ ਨੂੰ, ਇਹ ਹਰ ਇੱਕ ਦੀ ਬਾਂਹ ਫੜਦੇ ਆ ਤੇ ਮੈਂ ਇਸ ਔਖੀ ਘੜੀ ਇਹਨਾਂ ਦੀ ਬਾਂਹ ਛੱਡ ਕੇ ਕਿੱਦਾਂ ਜਾ ਸਕਦਾ ਆ। ਸੋ ਇਹ ਵੀ ਇੱਕ ਫੈਕਟਰ ਸੀਗਾ। ਰਕੇਸ਼ ਟਕੈਤਰਾਂ ਦੇ ਜਿਹੜੇ ਅਥਰੂ ਨਿਕਲੇ ਸੀਗੇ, ਉਹਨਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਸੀਗਾ ਕਿ ਇਹ ਜੇ ਅਸੀਂ ਇਸ ਮੌਕੇ ਤੇ ਪਿੱਛੇ ਹਟ ਕੇ ਜਾਂ ਗ੍ਰਿਫਤਾਰ ਹੋ ਗਏ ਤਾਂ ਜਿਹੜੇ ਪੰਜਾਬ ਵੱਲੋਂ ਉੱਠੀ ਇਹ ਮੂਵਮੈਂਟ ਹੈ, ਇਹਨੂੰ ਹੋਰ ਰੰਗ ਦੇ ਦਿੱਤਾ ਜਾਏਗਾ ਜਿਹੜਾ ਉਹਨਾਂ ਅਥਰੂਆਂ ਨੇ ਰੋਕਿਆ ਸੀਗਾ। ਔਰ ਇਸ ਗੱਲ ਨੂੰ ਕੰਸੀਡਰ ਕਰਦਿਆਂ ਹੋਇਆਂ ਉਹ ਬਾਰ-ਬਾਰ ਕਹਿੰਦੇ ਨੇ ਕਿ ਸਾਡੇ ਲੀਡਰ ਸਿੰਘੂ ਬਾਰਡਰ ਤੇ ਬੈਠੇ ਨੇ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ। ਤੁਸੀਂ ਗਿੱਲ ਸਾਹਿਬ ਬਿਲਕੁਲ ਸਹੀ ਫਰਮਾਇਆ ਹੈਗਾ ਕਿ ਇਹ ਬਹੁਤ ਵੱਡਾ ਫੈਕਟਰ ਆ। ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਕਿ ਕੱਲੀ ਸਰਕਾਰ ਹੀ ਨਹੀਂ, ਬੀਜੇਪੀ ਤੇ ਆਰਐਸਐਸ ਜਿਹੜੇ ਗੁੰਡੇ ਆ ਇਹਨਾਂ ਦੇ, ਉਹ ਰਲ ਕੇ ਹਮਲਾ ਕਰਨ ਗਏ ਸੀਗੇ। ਔਰ ਉੱਥੇ ਟਕੈਤ ਸਾਹਿਬ ਜਿਹੜੇ ਆ, ਉਹਨਾਂ ਨੇ ਇੱਕ ਸੁਹਿਰਦ ਲੀਡਰ ਦਾ ਰੋਲ ਨਿਭਾਇਆ। ਜਿੱਥੇ ਮੈਂ ਲੀਡਰਸ਼ਿਪ ਦੀ, ਮੈਚਿਓਰਿਟੀ ਦੀ ਔਰ ਪ੍ਰਸ਼ੰਸਾ ਉਹਨਾਂ ਦੀ ਕਰਦਾ ਨਾ, ਉਹਦੇ 'ਚ ਟਕੈਤ ਸਾਹਿਬ ਦੇ ਹੰਝੂ ਜਿਹੜੇ ਆ, ਉਹਨਾਂ ਦੇ ਪਿੱਛੇ ਇਹ ਫੈਕਟਰ ਆ ਕਿ ਇਹ ਉਹਨਾਂ ਦੀ ਚਾਲ ਸੀਗੀ, ਕਿਉਂਕਿ ਉਹਨਾਂ ਨੇ ਆਪਣੇ ਏਜੰਟਾਂ ਰਾਹੀਂ ਜੋ ਵੀ ਉਹਨਾਂ ਦੇ ਹੱਥ ਠੋਕੇ ਸੀਗੇ, ਉਹਨਾਂ ਰਾਹੀਂ ਲਾਲ ਕਿਲੇ ਵਾਲੀ ਗੱਲ ਕਰਕੇ ਆਮ ਭਾਰਤੀਆਂ ਦੇ ਮਨ ਦੇ ਵਿੱਚ ਇਹ ਗੱਲ ਬਿਠਾਤੀ ਸੀਗੀ ਕਿ ਇਹ ਦੇਖੋ ਜੀ, ਇਹ ਤਾਂ ਲਾਲ ਕਿਲੇ ਵਰਗੀ ਜਿਹੜੀ ਸਾਡੀ ਧਰੋਹਰ ਹੈਗੀ ਆ, ਔਰ ਸਾਡੇ ਇਤਿਹਾਸਕ
ਮੁਕਾਮ ਨੇ ਉਹਨਾਂ ਦੀ ਬੇਇੱਜ਼ਤੀ ਕਰਦੇ ਹੈਗੇ ਆ, ਤੇ ਇਸ ਕਰਕੇ ਇਹ ਐਂਟੀ ਨੈਸ਼ਨਲ ਨੇ। ਔਰ ਇੱਕ ਅੱਧਾ ਦਿਨ 24 ਕੁ ਘੰਟੇ ਗਿੱਲ ਸਾਹਿਬ ਇਸ ਗੱਲ ਦਾ ਅਸਰ ਲੋਕਾਂ ਤੇ ਰਿਹਾ ਵੀ ਸੀਗਾ, ਲੋਕ ਡਰ ਵੀ ਗਏ ਸੀਗੇ ਕਿ ਇਹ ਸ਼ਾਇਦ ਫਿਰ 1984 ਵਾਲਾ ਸਿਲਸਿਲਾ ਸ਼ੁਰੂ ਹੋਣ ਲੱਗਾ। ਔਰ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਇਹਨੂੰ ਇੱਕ ਪ੍ਰਾਪਤੀ ਵੀ ਗਿਣਨਾ ਚਾਹੀਦਾ, ਔਰ ਟਕੈਤ ਸਾਹਿਬ ਦਾ ਇੱਕ ਬਹੁਤ ਵੱਡਾ ਗੁਣ ਵੀ ਲੀਡਰਸ਼ਿਪ ਦਾ ਉਹ ਗਿਣਨਾ ਚਾਹੀਦਾ ਆ। ਔਰ ਮੈਂ ਸਮਝਣਾ ਜਿਹੜੀ ਪਹਿਲੀ ਆਪਾਂ ਗੱਲ ਕਰਦੇ ਹਾਂ ਕਿ ਭਾਈਚਾਰਾ ਮਜ਼ਬੂਤ ਹੋਣ ਵਾਲੀ ਗੱਲ, ਔਰ ਖਾਸ ਕਰਕੇ ਸਿੱਖ ਭਾਈਚਾਰੇ ਦਾ ਜਿਹੜਾ ਇਮੇਜ ਹੈਗਾ, ਜਿਹੜੀ ਛਵੀ ਆ, ਉਹਨੂੰ ਸੁਧਾਰਨ ਦਾ ਵੀ ਕਿਸਾਨ ਅੰਦੋਲਨ ਨੇ ਜਿਹੜਾ ਹੈ ਉਹ ਮੌਕਾ ਪ੍ਰਦਾਨ ਕੀਤਾ ਆ। ਔਰ ਹੁਣ ਵੀ ਕੋਵਿਡ ਦੇ ਵਿੱਚ ਵੀ ਜਦੋਂ ਜਿਹੜੇ ਗੁਰਦੁਆਰੇ ਹੈਗੇ ਆ ਉਹਨਾਂ ਦੇ ਵਿੱਚੋਂ ਆਕਸੀਜਨ ਦਿੱਤੀ ਜਾਂਦੀ ਆ, ਲੰਗਰ ਦਿੱਤਾ ਜਾਂਦਾ ਆ, ਜਿਹਦੇ 'ਚ ਰਵੀ ਸਿੰਘ ਜਿਹੜਾ ਆ ਉਹ ਇੰਟਰਨੈਸ਼ਨਲ ਫਿਗਰ ਆ, SPS ਬਰਾਏ ਸਰਬੱਤ ਕਾ ਭਲਾ ਵਾਲਾ ਜਿਹੜਾ, ਉਹ ਸਾਰੇ ਮਿਲ ਕੇ, ਯਾਨੀ ਇਹ ਵੀ ਇੱਕ ਕਿਸਾਨ ਮੋਰਚੇ ਦੀ ਪ੍ਰਾਪਤੀ ਆ, ਇੱਕ ਅਚੀਵਮੈਂਟ ਆ ਵੀ ਉਹਨਾਂ ਨੇ ਜਿੱਥੇ ਭਾਈਚਾਰਾ ਮਜ਼ਬੂਤ ਕੀਤਾ ਉੱਥੇ ਸਿੱਖ ਭਾਈਚਾਰੇ ਦੀ ਜਿਹੜੀ ਗਵਾਚੀ ਹੋਈ ਸਾਖ ਆ ਉਹਨੂੰ ਵੀ ਬਹਾਲ ਕੀਤਾ। ਜੀ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸਮਾਂ ਹੋ ਗਿਆ, ਸੁਸ਼ੀਲ ਰਾਣੂ ਲੈਂਦੇ ਹਾਂ ਦੂਜੇ ਭਾਗ ਦੇ ਵਿੱਚ। ਤੇ ਅੱਜ ਦੇ ਦਿਨ ਇਹੀ ਮੰਥਨ ਕਰਨ ਦਾ ਸਾਡਾ ਉਪਰਾਲਾ ਸੀਗਾ ਕਿ 6 ਮਹੀਨਿਆਂ ਦੀ ਲੰਬੀ ਜਦੋਜਹਿਦ ਤੋਂ ਬਾਅਦ ਕਿਸਾਨ ਮੂਵਮੈਂਟ ਦੀਆਂ ਪ੍ਰਾਪਤੀਆਂ ਕੀ ਨੇ ਤੇ ਉਹਦੇ ਵਿੱਚ ਸਾਡਾ ਨੁਕਸਾਨ ਕਿੰਨਾ ਕੁ ਹੋਇਆ। ਹਾਲਾਂਕਿ ਗਵਾਉਣ ਲਈ ਹੋਰ ਕੁਝ ਬਾਕੀ ਨਹੀਂ, ਜੇ ਸਾਡੇ ਕੋਲ ਜ਼ਮੀਨਾਂ ਹੀ ਨਾ ਰਹੀਆਂ ਤਾਂ ਫਿਰ ਬਾਕੀ ਸਾਡੀ ਲੜਾਈ ਜਿਹੜੀ ਆ ਉਹ ਕਾਹਦੇ ਤੇ ਲੜਨੀ ਅਸੀਂ। ਸੋ ਇਸ ਕਰਕੇ ਕਿਸਾਨ ਮੂਵਮੈਂਟ ਨੇ ਜਿਹੜੀ ਇਹ ਅੱਖ ਚੱਖ ਪਾ ਕੇ ਗੱਲ ਕੀਤੀ ਆ, ਕੇਂਦਰ ਦੀ ਹਾਕਮ ਜਿਹੜੇ ਨੇ, ਜਿਹੜੇ ਬਹੁਤ ਹੰਕਾਰੀ ਹੋ ਚੁੱਕੇ ਸੀਗੇ, ਉਹਨਾਂ ਨੂੰ ਇਹ ਦੱਸ ਦਿੱਤਾ ਹੈ ਕਿ ਤੁਹਾਡੇ ਅੱਗੇ ਖੜਨ ਵਾਸਤੇ ਅਜੇ ਬਹੁਤ ਸਾਰੇ ਲੋਕ ਭਾਰਤ ਦੇ ਜਿੰਦਾ ਨੇ। ਬਿਲਕੁਲ ਇਹ ਨਹੀਂ ਆ ਕਿ ਪੂਰੇ ਦੇ ਪੂਰੇ ਹੀ ਲੋਕ ਤੁਹਾਡੇ ਕੋਲੋਂ ਡਰ ਕੇ ਘਰਾਂ ਦੇ ਅੰਦਰ ਛੁਪ ਜਾਣਗੇ। ਸੋ ਇਹ ਬੜੀ ਵੱਡੀ ਇੱਕ ਪ੍ਰਾਪਤੀ ਜਿਹੜੀ ਹੈ ਜੀ ਇਸ ਸੰਘਰਸ਼ ਦੀ ਰਹੀ ਕਹਿ ਜਾ ਸਕਦੇ ਹਾਂ। ਸੋ ਬਾਕੀ ਗੱਲਾਂ ਬਾਤਾਂ ਕਰਦੇ ਹਾਂ ਜੀ। ਸੁਸ਼ੀਲ ਰਾਣਾ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਮਿਹਰਬਾਨੀ ਜੀ। ਜੀ ਦੋਸਤੋ।